ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਪੰਜਵਾ। ਛੰਤ ਇੱਕ ਸਤਿਗੁਰ ਪ੍ਰਸਾਦਿ ਸਾਜਨੜਾ ਮੇਰਾ ਸਾਜਨੜਾ। ਨਿਕਟ ਖਲੋਇੜਾ ਮੇਰਾ ਸਾਜਨੜਾ। ਜਾਨੀੜਾ ਹਰ ਜਾਨੀੜਾ। ਨੈਣ ਅਲੋਇੜਾ ਹਰ ਜਾਨੀੜਾ। ਸਾਜਨੜਾ ਮੇਰਾ ਸਾਜਨੜਾ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੇ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਸਾਹਿਬ ਜੀ। ਰਾਮਕਲੀ ਮਹਲਾ ਪੰਜਵਾ। ਛੰਤ ਸ਼ੰਤ ਸ਼ਬਦ ਉਚਾਰਨ ਕਰਦਿਆਂ ਹੋਇਆ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਦੇ ਵਿੱਚ ਇਹ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ। ਜੋ ਉਪਦੇਸ਼ ਪ੍ਰਾਰੰਭ ਕਰਨ ਤੋਂ ਪਹਿਲਾਂ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਪਰਮੇਸ਼ਰ ਜੋ ਹੈ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ ਅਤੇ ਸਤਿਗੁਰ ਪ੍ਰਸਾਦਿ ਸਤ ਹੈ ਚਿਤ ਹੈ ਆਨੰਦ ਰੂਪ ਹੈ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਹ ਬੀਜ ਰੂਪ ਮੰਤਰ ਉਚਾਰਨ ਕਰਕੇ ਮੰਗਲ ਕੀਤਾ ਹੈ। ਉਪਰੰਤ ਸੋ ਪਾਵਨ ਉਪਦੇਸ਼ ਪ੍ਰਾਰੰਭ ਕਰ ਰਹੇ ਹਨ। ਸਾਜਨੜਾ ਮੇਰਾ ਸਾਜਨੜਾ। ਸਾਧ ਸੰਗਤ ਜੀਓ, ਇਹ ਪਾਵਨ ਸ਼ੰਤ ਸ਼ਬਦ ਹੈ। ਲੰਮੀਆਂ ਲੰਮੀਆਂ ਪੰਕਤੀਆਂ ਨੇ ਜੋ
ਛੇ ਤੁਕਾਂ ਵਾਲੀਆਂ ਇਹ ਜੋ ਚਾਰ ਪੌੜੀਆਂ ਵਾਲਾ ਇਹ ਪਾਵਨ ਸ਼ਬਦ ਹੈ। ਛੰਦ ਨਾਮ ਜਸ ਰੂਪ ਛੰਦ ਦਾ ਵੀ ਹੈ, ਜਿਸ ਵਿੱਚ ਵਾਹਿਗੁਰੂ ਜੀ ਦਾ ਜਸ ਕੀਤਾ ਹੋਵੇ। ਛੰਦ ਦਾ ਇਹ ਵੀ ਅਰਥ ਹੈ ਜਿਹਦੇ 'ਚ ਕਾਵ ਅਤੇ ਸੰਗੀਤ ਹੋਵੇ। ਇਹ ਗੁਰਬਾਣੀ ਕਾਵ ਰੂਪ ਹੈ ਅਤੇ ਸੰਗੀਤਮਈ ਧੁਨੀ, ਮਤਲਬ ਸਿੰਘ ਪਾਠ ਪੜ੍ਹਦਾ ਹੈ, ਨਾਲ ਜੋੜੀ ਦੀ ਵਾਜੇ ਦੀ ਲੋੜ ਹੀ ਨਹੀਂ ਹੈ, ਪੜ੍ਹਦਿਆਂ ਹੀ ਵਿੱਚੋਂ ਸੰਗੀਤ ਉਤਪੰਨ ਹੋ ਰਿਹਾ ਹੈ। ਜੇ ਜੋੜੀ 'ਤੇ ਵਾਜਾ ਵੱਜੇ ਵੀ ਅਤੇ ਹੋਰ ਸੁੰਦਰ ਬਣੇਗਾ। ਇੰਝ ਇਹਨੂੰ ਛੰਦ ਬੋਲਦੇ ਨੇ। ਇਸ ਦੀ ਉਦਾਹਰਨਕਾ ਇੰਝ ਹੈ ਕਿ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਨ ਲੱਗਿਆ ਹੋਇਆ ਸੀ। ਚਾਰ ਚੁਫੇਰਿਓਂ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਸਤਿਗੁਰੂ ਜੀ ਸਭਨਾਂ ਦੀਆਂ ਭਾਵਨਾਵਾਂ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਸਨ। ਉਸ ਵਕਤ ਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜੋ ਪਰਮੇਸ਼ਰ ਸਦਾ ਹੀ ਅਬਿਨਾਸ਼ੀ ਹੈ, ਕੀ ਉਸ ਪਰਮੇਸ਼ਰ ਦੇ ਦੀਦਾਰ ਵੀ ਹੋ ਸਕਦੇ ਨੇ? ਤਦ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੋ ਸਿੱਖ ਦਰਸ਼ਨਾਂ ਦੀ ਭਾਵਨਾ ਕਰਦੇ ਨੇ ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਵਾਹਿਗੁਰੂ ਪ੍ਰਤੱਖ ਹੋ ਕੇ ਦਰਸ਼ਨ ਵੀ ਬਖਸ਼ ਦਿੰਦਾ ਹੈ, ਕਿਉਂਕਿ ਉਹ ਪਰਮੇਸ਼ਰ ਦੂਰ ਨਾ ਹੀ ਮੇਰੋ ਪ੍ਰਭ ਪਿਆਰਾ। ਇਹ ਨਹੀਂ ਵੀ ਕਿਤੇ ਉਹ ਕਿਤੋਂ ਉਹਨੇ ਆਉਣਾ ਹੈ ਸਾਨੂੰ ਦਰਸ਼ਨ ਦੇਣ ਲਈ। ਕੋਈ ਸੱਚਖੰਡ ਜਿਹਦੇ ਵਿੱਚ ਉਹ ਰਹਿੰਦਾ ਹੈ ਉਹ ਸੁੱਤਾ ਹੋਵੇਗਾ ਜਾਂ ਬੈਠਾ ਹੋਵੇਗਾ ਜਾਂ ਗੱਲਾਂ ਮਾਰਦਾ ਹੋਵੇਗਾ, ਅਤੇ ਜਦ ਆਪਾਂ ਯਾਦ ਕਰੀਏ ਸਾਨੂੰ ਕਹੂਗਾ ਕੋਈ ਨਹੀਂ ਅੱਜ ਮੇਰਾ ਟਾਈਮ ਨਹੀਂ, ਕੱਲ੍ਹ ਨੂੰ ਆਊਂਗਾ। ਇੰਝ ਕੁਝ ਨਹੀਂ ਹੈ। ਉਹ ਕਿਤੇ ਦੂਰ ਨਹੀਂ ਰਹਿੰਦਾ ਹੈ, ਉਹ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਦੇ ਨਾ ਪਇਓ ਦੁਰਾਈ। ਕੇਵਲ ਯਾਦ ਕਰਨ ਦੀ ਲੋੜ ਹੈ ਤਾਂ ਇੱਥੇ ਹੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਸ ਦੀ ਭਾਵਨਾ ਜੈਸੀ ਹੋਵੇਗੀ ਉਹਦੇ ਮੁਤਾਬਕ ਉਹ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਦਰਸ਼ਨ ਬਖਸ਼ ਦੇਵੇਗਾ। ਇਉਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ। ਸਾਜਨੜਾ ਮੇਰਾ ਸਾਜਨੜਾ। ਇਹ ਭਾਈ ਪਰਮੇਸ਼ਰ ਸਾਡਾ ਮਨ ਦਾ ਵੀ ਸੱਜਣ ਹੈ ਅਤੇ ਤਨ ਦਾ ਵੀ ਸੱਜਣ ਹੈ ਅਤੇ ਬਾਣੀ ਦਾ ਵੀ ਸੱਜਣ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ। ਹੁਣ ਮੈਂ ਤੁਹਾਨੂੰ ਆਖਾਂ ਕਿ ਸੰਗਤ ਜੀ ਕਥਾ ਸੁਣੋ, ਤੁਸੀਂ ਸੁਣੋਗੇ ਨਹੀਂ। ਫਿਰ ਮੈਂ ਕਹੂੰਗਾ ਵੀ ਸਾਧ ਸੰਗਤ ਜੀ ਜਰਾ ਧਿਆਨ ਦੇ ਨਾਲ ਬੈਠ ਕੇ ਸੁਣੋ, ਥੋੜ੍ਹੇ ਜਿਹੇ ਤੁਸੀਂ ਸਾਵਧਾਨ ਹੋਵੋਗੇ। ਜੇ ਦੋ ਚਾਰ ਹੋਰ ਗੱਲਾਂ ਕਰਦੇ ਹੋਣ ਫਿਰ ਬੇਨਤੀ ਕਰਾਂਗੇ ਸਾਧ ਸੰਗਤ ਜੀਓ ਤੁਹਾਨੂੰ ਬੇਨਤੀ ਹੈ ਵੀ ਕਥਾ ਜ਼ਰੂਰ ਸੁਣੋ। ਕਹਿਣ ਦਾ ਭਾਵ ਹੈ ਵੀ ਜਿਹੜੀ ਗੱਲ 3 ਵਾਰ ਕਹਿ ਦਈਏ ਉਹਦੀ ਪ੍ਰੋੜਤਾ ਹੋ ਜਾਂਦੀ ਹੈ, ਉਹ ਪੱਕੀ ਹੋ ਜਾਂਦੀ ਹੈ, ਉਹ ਭੁੱਲਦੀ ਨਹੀਂ ਹੈ। ਆਹ ਕੰਮ ਕਰਨਾ ਹੈ, ਹਾਂਜੀ ਠੀਕ ਹੈ ਕਰ ਦਿਆਂਗੇ। ਆਹ ਕੰਮ ਜ਼ਰੂਰੀ ਕਰਨਾ ਹੈ, ਹਾਂਜੀ ਠੀਕ ਹੈ ਜੀ। ਤੁਸੀਂ ਜਾਂਦਿਆਂ ਹੀ ਕੰਮ ਕਰ ਦੇਣਾ ਹੈ। ਜੋ 3 ਵਾਰ ਕਹਿ ਦਈਏ ਉਹ ਗੱਲ ਪੱਕੀ ਹੁੰਦੀ ਹੈ। ਇਉਂ ਮਹਾਰਾਜ ਨੇ 3 ਵਾਰ ਆਖਿਆ ਹੈ ਸਾਜਨ ਡਾ। ਜਿਹੜਾ ਡਾ ਅੱਖਰ ਹੈ ਇਹ ਪਿਆਰ ਦੀ ਬੋਲੀ ਹੈ, ਅੜਿਆ। ਸੋ ਪਿਆਰ ਦੇ ਨਾਲ ਕਿਸੇ ਨੂੰ ਬੁਲਾਉਣਾ ਹੈ। ਇਉਂ ਜਿਹੜਾ ਡਾ ਅੱਖਰ ਹੈ ਇਹ ਵਾਧੂ ਨਹੀਂ ਹੈ। ਸੱਜਣ ਦਾ ਅਰਥ ਤਾਂ ਮਿੱਤਰ ਹੀ ਹੈ। ਜਿਹੜਾ ਨਾਲ ਹੁੰਦਾ ਤਾਂ ਵੀ ਮਿੱਤਰ ਹੀ ਅਰਥ ਬਣਨਾ ਸੀਗਾ, ਸੱਜਣ ਹੀ। ਪਰ ਸਾਜਨ ਅੜਾ ਦੇ ਨਾਲ ਪਿਆਰ ਦਾ ਆ ਗਿਆ।
ਇਉਂ ਪਿਆਰ ਦੀ ਬੋਲੀ ਬੋਲੀ ਹੈ ਮਹਾਰਾਜ ਨੇ। ਬਾਕੀ ਇਹ ਕਾਵ ਹੈ, ਕਵਿਤਾ ਹੈ। ਇਹਦੇ ਅੱਖਰਾਂ ਦੀਆਂ ਮਾਤਰਾਵਾਂ ਛੰਦਾਂ ਦੇ ਹਿਸਾਬ ਦੇ ਨਾਲ ਉਹਦੇ ਮੁਤਾਬਕ ਵੀ ਅੱਖਰ ਹੁੰਦੇ ਹਨ। ਇਉਂ ਸੋ ਸਾਡੇ ਮਨ ਦਾ ਵੀ ਸੱਜਣ ਹੈ, ਤਨ ਦਾ ਵੀ ਸੱਜਣ ਹੈ, ਬਾਣੀ ਦਾ ਵੀ ਸੱਜਣ ਹੈ। ਹਰ ਵਕਤ ਇੰਜ ਮਨ ਬਾਣੀ ਸਰੀਰ ਕਰਕੇ ਸਾਡੇ ਨਜ਼ਦੀਕ ਹੀ ਖਲੋਇੜਾ ਖੜਾ ਹੈ। ਸੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਇਹ ਜਿਹੜੇ ਹਾਹੇ ਔਂਕੜ ਨੇ ਇਹ ਬਹੁਤ ਸਲਿਮ ਤਰੀਕੇ ਨਾਲ ਲਾਉਣੇ ਹਨ। ਇਹ ਨਹੀਂ ਕਹਿਣਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਹਾਹੇ ਔਂਕੜ ਖਾ ਨਹੀਂ ਜਾਣੇ, ਉਹ ਮਾਤਰਾ ਭਾਵੇਂ ਅੱਧੀ ਹੈ, ਅੱਧੀ ਹੋਈ ਮਾਤਰਾ ਬੋਲਣੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਆਪ ਨੂੰ ਪਤਾ ਲੱਗੇ, ਬਹੁਤਾ ਹੋੜਾ ਵੀ ਨਾ ਲੱਗੇ, ਐਸਾ ਹੋ ਵਾਹਿਗੁਰੂ ਸੱਜਣ ਹੈ। ਇਸੇ ਪ੍ਰਕਾਰ ਸਾਜਣੜਾ ਮੇਰਾ ਸਾਜਣੜਾ। ਉਹ ਵਾਹਿਗੁਰੂ ਸਾਡਾ ਬਾਲਕ ਅਵਸਥਾ ਵਿੱਚ ਵੀ ਸੱਜਣ ਸੀਗਾ। ਬਚਪਨ ਦੇ ਵਿੱਚ ਮਹਾਰਾਜ ਨੇ ਸਾਡੀ ਰੱਖਿਆ ਕੀਤੀ, ਜਨਮ ਤੋਂ ਪਹਿਲਾਂ ਵੀ ਜਨਮ ਤੋਂ ਬਾਅਦ ਵੀ। ਜਦੋਂ ਸਾਨੂੰ ਕੋਈ ਸਮਝ ਨਹੀਂ ਸੀ ਅਤੇ ਜਵਾਨੀ ਅਵਸਥਾ ਦਾ ਵੀ ਹੁਣ ਸੱਜਣ ਹੈ। ਜਿਵੇਂ ਜਿਵੇਂ ਲੋੜ ਪੈਂਦੀ ਹੈ ਤਿਵੇਂ ਤਿਵੇਂ ਸਾਰਾ ਖਾਣ ਪੀਣ ਨੂੰ, ਪਹਿਨਣ ਨੂੰ, ਭੋਗਣ ਨੂੰ, ਰਹਿਣ ਬਹਿਣ ਨੂੰ, ਇਹ ਸਾਰਾ ਪ੍ਰਬੰਧ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਅਤੇ ਜਦੋਂ ਆਪਾਂ ਬਜ਼ੁਰਗ ਹੋਵਾਂਗੇ ਬਿਰਧ ਅਵਸਥਾ ਦੇ ਵਿੱਚ ਵੀ ਉਹੀ ਨੇੜੇ ਖਲੋਤਾ ਨਿਕਟ ਖਲੋਏੜਾ ਮੇਰਾ ਸਾਜਣੜਾ। ਨੇੜੇ ਖਲੋਤਾ ਹੋਇਆ ਸਾਡਾ ਸੱਜਣ ਪਿਆਰਾ ਹੈ। ਜੋ ਬਜ਼ੁਰਗ ਨੂੰ ਨੌਵਾਂ ਧੀਆਂ ਪਾਣੀ ਪੁੱਛਦੀਆਂ ਨੇ, ਉਹ ਨੌਵਾਂ ਧੀਆਂ ਨਹੀਂ ਪੁੱਛਦੀਆਂ ਹਨ, ਉਹ ਵਾਹਿਗੁਰੂ ਜੀ ਪੁੱਛ ਰਿਹਾ ਹੈ। ਜੋ ਖਾਣ ਪੀਣ ਨੂੰ ਅਤੇ ਪਹਿਨਣ ਨੂੰ ਵਸਤਰ ਆਦਿਕ ਮਿਲਦੇ ਨੇ, ਉਹ ਸਭ ਵਾਹਿਗੁਰੂ ਜੀ ਦੀ ਪ੍ਰੇਰਨਾ ਦਾ ਸਦਕਾ ਹੀ ਸੇਵਾ ਹੋ ਰਹੀ ਹੈ। ਜਿਸ ਬੰਦੇ ਨੇ ਕੋਈ ਪੁਰਾਣੇ ਪੁੰਨ ਕੀਤੇ ਨੇ ਪਿਛਲੇ ਜਨਮ 'ਚ, ਉਹਦੇ ਧੀਆਂ ਪੁੱਤ ਉਹਦੇ ਆਖੇ ਲੱਗਦੇ ਨੇ, ਉਹਦੀ ਸੇਵਾ ਕਰਦੇ ਹਨ। ਅਤੇ ਜਿਹਦੇ ਕਰਮ ਚੰਗੇ ਨਹੀਂ ਹਨ, ਉਹ ਇਹ ਨਾ ਸਮਝੇ ਵੀ ਰੱਬ ਨੇ ਸਾਡਾ ਬੁਰਾ ਕੀਤਾ। ਪਰਮਾਤਮਾ ਕਿਸੇ ਦਾ ਕੋਈ ਬੁਰਾ ਨਹੀਂ ਕਰਦਾ। ਆਪ ਦੇ ਕਰਮਾਂ ਨੂੰ ਜੇ ਭੋਗ ਲਵਾਂਗੇ ਅਤੇ ਮਹਾਰਾਜ ਦੇ ਭਾਣੇ 'ਤੇ ਪ੍ਰਸੰਨ ਰਹਾਂਗੇ, ਸੱਚੇ ਪਾਤਸ਼ਾਹ ਫਿਰ ਵੀ ਕਿਰਪਾ ਹੀ ਕਰਦਾ ਹੈ। ਇਸ ਲਈ ਆਪ ਦੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ, ਗੁਰੂ ਘਰ ਦੇ ਨਾਲ ਜੋੜੋ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡਾ ਵੀ ਭਲਾ ਹੋਵੇ, ਤੁਹਾਡੀ ਵੀ ਸੇਵਾ ਹੋਵੇ, ਬੱਚਿਆਂ ਦਾ ਵੀ ਭਲਾ ਹੋਵੇ। ਜੇ ਚੰਗੀ ਸਿੱਖਿਆ ਨਹੀਂ ਦਿੱਤੀ ਤਾਂ ਫਿਰ ਔਖਾ ਹੋਏਗਾ। ਇੰਜ ਮਹਾਰਾਜ ਫਰਮਾਉਂਦੇ ਹਨ। ਸਾਜਣੜਾ ਮੇਰਾ ਸਾਜਣੜਾ। ਪਿਛਲੇ ਬੀਤ ਚੁੱਕੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਸਾਡਾ ਸੱਜਣ ਸੀਗਾ ਜਦੋਂ ਅਸੀਂ ਪੜ੍ਹਦੇ ਸੀਗੇ, ਅਤੇ ਹੁਣ ਵਰਤਮਾਨ ਸਮੇਂ ਵਿੱਚ ਵੀ, ਹੁਣ ਜਦ ਸਾਡਾ ਪਰਿਵਾਰ ਹੋ ਗਿਆ, ਹੁਣ ਵੀ ਉਹ ਸਾਡਾ ਸੱਜਣ ਹੈ। ਕਿਸੇ ਵੀ ਚੀਜ਼ ਦੀ ਲੋੜ ਹੈ ਸੋ ਅਰਦਾਸ ਵੀ ਨਹੀਂ ਕਰਨ ਦੀ ਲੋੜ, ਮਹਾਰਾਜ ਜਾਣੀ ਜਾਣ ਆਪਣੇ ਆਪ ਹੀ। ਗੋਪਾਲ ਤੇਰਾ ਆਰਤਾ, ਤੁਸੀਂ ਆਰਤਾ ਕਰੋ ਬਸ। ਰਹਿ ਰਸ ਤੋਂ ਬਾਅਦ ਆਰਤੀ ਆਰਤਾ ਜ਼ਰੂਰ ਪੜੋ, ਤਾਂ ਤੁਹਾਨੂੰ ਰੱਬ ਭੁੱਖਾ ਨਹੀਂ ਸੌਣ ਦੇਊਗਾ ਅਤੇ ਬਿਸਤਰੇ ਤੋਂ ਬਗੈਰ ਨਹੀਂ ਤੁਹਾਨੂੰ ਲੇਟਣ ਦੇਊਗਾ। ਜਿੱਥੋਂ ਮਰਜ਼ੀ ਬਿਸਤਰਾ ਲਿਆ ਕੇ ਦੇਵੇ, ਸੌਣ ਲਈ ਬਿਸਤਰਾ ਮੁਹੱਈਆ ਕਰਾਊਗਾ, ਖਾਣ ਲਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰੂਗਾ। ਜੇ ਤੁਸੀਂ ਆਰਤੀ ਨੂੰ ਕੰਪਲਸਰੀ ਬਣਾ ਲਓਗੇ
ਸੋ ਇਸ ਲਈ ਰਹਿ ਰਸ ਤੋਂ ਬਾਅਦ ਆਰਤੀ ਜ਼ਰੂਰੀ ਹੁੰਦੀ ਹੈ। ਗੋਪਾਲ ਤੇਰਾ ਆਰਤਾ, ਧੰਨੇ ਨੇ ਆਰਤਾ ਪੜ੍ਹਿਆ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੀ ਕਾ ਸਵਾਰਤਾ। ਹੁਣ ਵੀ ਸਾਡਾ ਸੱਜਣ ਹੈ ਜੋ ਸਾਡੇ ਹਰੇਕ ਕੰਮਾਂ ਨੂੰ ਸਵਾਰਿਆ ਹੈ। ਨਿਕਟ ਖਲੋਏੜਾ ਮੇਰਾ ਸਾਜਣੜਾ। ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਾਡਾ ਸੱਜਣ ਨੇੜੇ ਖਲੋਤਾ ਹੋਇਆ ਹੈ। ਇਸੇ ਪ੍ਰਕਾਰ ਸੋ ਜੈ ਜੈ ਪੇਖੋ ਤੈ ਹਜੂਰ, ਦੂਰ ਕਤਹੁ ਨ ਜਾਈ। ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਸਾਜਣੜਾ ਮੇਰਾ ਸਾਜਣੜਾ। ਜਨਮ ਤੋਂ ਪਹਿਲਾਂ ਜਦ ਮਾਂ ਦੇ ਵਸ ਵਿੱਚ ਵੀ ਨਹੀਂ ਸੀ, ਮਾਤਾ ਦੇ ਗਰਭ ਦੇ ਵਿੱਚ ਆਪਣਾ ਸਿਮਰਨ ਦੇ ਪ੍ਰਤਪਾਲਿਆ। ਉਹ ਸਗਲ ਘਟਾਂ ਮਾਲਕ, ਮਾਤ ਗਰਭ ਮੈਂ ਹੈ ਆਪਣ ਸਿਮਰਨ ਦੇ। ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਸੋ ਐਸਾ ਵਾਹਿਗੁਰੂ ਹੈ ਜੋ ਮਾਤਾ ਦੇ ਗਰਭ ਦੇ ਵਿੱਚ ਵੀ ਸਾਡਾ ਸੱਜਣ ਸੀਗਾ। ਪਤਾ ਨਹੀਂ ਕਿੰਝ ਸਾਨੂੰ ਜਿਉਂਦੇ ਰੱਖਿਆ। ਜਠਰਾ ਅਗਨੀ ਦੇ ਸੇਕ ਤੋਂ ਆਪ ਕਿਰਪਾ ਕਰਕੇ ਬਚਾਇਆ ਹੈ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪੁਰਾਣ। ਖੂਨ ਅਤੇ ਬਿੰਦ ਦਾ ਇਹ ਤਨ ਬਣਾ ਕੇ ਬਿਲਕੁਲ ਉਹ ਗੋਲੀ ਜੀ ਅੱਗ ਦੇ ਕੋਲ ਰੱਖ ਦਿੱਤੀ। ਉਹ ਵੇਖੋ ਅੱਗ ਨੇ ਸਾੜੀ ਨਹੀਂ, ਅਤੇ ਕਿਆ ਸੋਹਣੇ ਅੰਗ ਪ੍ਰਤੰਗ ਬਣਾ ਕੇ ਬੱਚੇ ਨੂੰ ਜੀਵਤ ਰੱਖਿਆ ਹੈ। ਜਿਸ ਤਰ੍ਹਾਂ ਆਵੇ ਵਿੱਚ ਇੱਟਾਂ ਪੱਕਦੀਆਂ ਇਉਂ ਸਰੀਰ ਪੱਕਦਾ ਸਹੀ ਹੈ। ਅਤੇ ਪਰ ਉਹ ਸੇਕ ਆ ਵੇਖੋ ਹੁਣ ਦਰਵਾਜ਼ਾ ਖੁੱਲ੍ਹਿਆ ਹੈ, ਕਿਆ ਸੋਹਣੀ ਹਵਾ ਆ ਰਹੀ ਹੈ। ਹੁਮ ਸੁਮ ਹੋਵੇ ਦਿਲ ਘੁੱਟੇਗਾ ਜਿਸ ਤਰ੍ਹਾਂ ਜਾਨ ਨਿਕਲਦੀ ਹੈ। ਅਤੇ ਬੱਚਾ ਵੇਖੋ ਕਿਸ ਮਾਹੌਲ ਦੇ ਵਿੱਚ ਰਹਿੰਦਾ ਹੋਏਗਾ, ਜਿੱਥੇ ਕਿੰਨਾ ਸੇਕ ਹੈ ਕਿ ਉਹਦਾ ਦਮ ਨਹੀਂ ਘੁੱਟਦਾ, ਕਿ ਉਹ ਚੜ੍ਹਾਈ ਨਹੀਂ ਕਰਦਾ। ਖਬਰਿਆ ਰੱਬ ਦੀ ਕੈਸੀ ਕੁਦਰਤ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਉਹੀ ਵਾਹਿਗੁਰੂ ਮਾਤਾ ਦੀ ਗਰਭ ਦਾ ਸੱਜਣ ਸੀ। ਬਾਲਕ ਅਵਸਥਾ ਲੋਤ ਲੈ ਕੇ ਹੁਣ ਜਵਾਨੀ ਤੱਕ ਵੀ ਉਹੀ ਸਾਡਾ ਪਿਆਰਾ ਸੱਜਣ ਰਿਹਾ ਹੈ। ਨਿਕਟ ਖਲੋਏੜਾ ਮੇਰਾ ਸਾਜਣੜਾ। ਅਤੇ ਬਜ਼ੁਰਗ ਅਵਸਥਾ ਵਿੱਚ ਵੀ ਸਾਡਾ ਸੱਜਣ ਨੇੜੇ ਖਲੋਤਾ ਹੋਇਆ ਹੈ। ਇਸੇ ਪ੍ਰਕਾਰ ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਸਾਜਣੜਾ ਮੇਰਾ ਸਾਜਣੜਾ। ਸਾ ਉਹ ਸੱਜਣ ਪ੍ਰਭੂ ਸਾਡੇ ਤਾਈਂ ਜਨੜਾ ਪੈਦਾ ਕਰਨੇ ਵਾਲਾ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਪ੍ਰਭੂ ਤੋਂ ਬਗੈਰ ਜਨਮ ਨਹੀਂ ਹੋ ਸਕਦਾ। ਇਸ ਲਈ ਜਦ ਵੀ ਜਨਮ ਦਿਨ ਹੋਵੇ ਤਾਂ ਕਿਤੇ ਪੈਲਸ ਵਿੱਚ ਜਾਂ ਸਿਨੇਮੇ 'ਚ ਜਾਂ ਗਲੀ ਬਾਜ਼ਾਰ ਜਾਂ ਕਿਤੇ ਪਾਰਕ ਦੇ ਵਿੱਚ ਨਾ ਮਨਾਓ। ਸਿੱਧਾ ਗੁਰੂ ਘਰ ਆਓ ਅਤੇ ਕੜਾਹ ਪ੍ਰਸ਼ਾਦੀ ਦੇਗ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਕਰੋ, ਜਾਂ ਕੋਈ ਮਿੱਠਾ ਪ੍ਰਸ਼ਾਦ ਲੈ ਕੇ ਆਓ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਾਠ ਸੁਣੋ, ਕਥਾ ਕੀਰਤਨ ਸੁਣੋ। ਕਨੇਡਾ, ਅਮਰੀਕਾ, ਇੰਗਲੈਂਡ ਮੈਂ ਵੇਖਿਆ ਕਿ ਸੰਗਤਾਂ ਇੰਨਾ ਪ੍ਰੇਮ ਕਰਦੀਆਂ ਨੇ। ਇੱਥੇ ਤਾਂ ਕੇਵਲ ਮੁੰਡਿਆਂ ਦੇ ਜਨਮ ਦਿਨ ਹੀ ਮਨਾਉਂਦੇ ਨੇ, ਅਤੇ ਉਹਨਾਂ ਦੀ ਸੋਚ ਹੈ, ਕਹਿੰਦੇ ਬੱਚੀਆਂ ਵੀ ਕਹਿੰਦੀਆਂ ਵੀ ਸਾਡਾ ਕਿਉਂ ਨਹੀਂ ਜਨਮ ਦਿਨ ਮਨਾਉਂਦੇ। ਉਹਨਾਂ ਕੀ ਕਰਨਾ, ਆ ਕੇ ਦਫ਼ਤਰ ਵਾਲਿਆਂ ਨੂੰ ਕਹਿਣਾ ਸਾਡੇ ਬੱਚੇ ਦਾ ਜਨਮ ਦਿਨ ਆ, ਜਿੰਨਾ ਕੀਰਤਨ ਕਰਨਾ ਜਿਨ੍ਹਾਂ ਦੀ ਡਿਊਟੀ ਹੈ ਆ $30 ਉਹਨਾਂ ਦੇ, ਜਿਨ੍ਹਾਂ ਕਥਾ ਕਰਨੀ ਹੈ $30 ਉਹਨਾਂ ਦੇ, ਜਿਨ੍ਹਾਂ ਢਾਡੀ ਵਾਰਾ ਗਾਉਣੀ ਆ $50 ਉਹਨਾਂ ਦੇ, ਆਹ ਇੰਨੇ ਲੰਗਰ ਦੇ, ਆਹ ਪਾਠ ਰਹਿ ਰਸ ਵਾਲੇ ਦੇ, ਆਹ ਅਰਦਾਸ ਵਾਲੇ ਦੇ। ਇਉਂ ਸਾਰਿਆਂ ਨੂੰ
ਤੇ ਭੇਟਾ ਆਦਿਕ ਦੇ ਕੇ ਫਿਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਉਣੀ, ਪਰਚੀ ਆਉਣੀ ਵੀ ਫਲਾਣੇ ਬੱਚੇ ਦਾ ਜਨਮ ਦਿਨ ਹੈ, ਫਲਾਣੀ ਬੱਚੀ ਦਾ ਹੈ। ਸਾਨੂੰ ਕਥਾ ਕਰਨੀ ਪੈਣੀ, ਕਥਾ ਲੜੀਵਾਰ ਚੱਲਦੀ ਹੋਣੀ ਅਤੇ ਬੱਚੇ ਦਾ ਨਾਮ ਲੈਣਾ ਪੈਣਾ। ਬੱਚੇ ਦਾ ਜਨਮ ਦਿਨ ਮਨਾਇਆ ਗਿਆ ਥੋੜ੍ਹੇ 'ਚ ਹੀ, ਸਾਰੀ ਸੰਗਤ ਦੇ ਵਿੱਚ। ਜੇ ਇਕੱਲੇ ਬੰਦੇ ਨੇ ਇੰਨੇ ਬੰਦੇ ਇਕੱਠੇ ਕਰਨੇ ਹੋਣ, ਪਾਰਟੀ ਕਰਨੀ ਹੋਵੇ, ਕਿੰਨਾ ਖਰਚਾ, ਨਾਲੇ ਨਿਆਣੇ ਖੁਸ਼ ਅਤੇ ਨਾਲੇ ਗੁਰਦੁਆਰੇ ਦੀ ਖੁਸ਼ੀ। ਸੋ ਬੱਚੇ ਦੀ ਅਰਦਾਸ ਹੋਈ ਹੈ ਸਾਰੀ ਸੰਗਤ ਦੇ ਵਿੱਚ, ਬੱਚੇ ਦਾ ਮਨ ਖੁਸ਼, ਨਾਲੇ ਗੁਰੂ ਸਾਹਿਬ ਦਾ ਆਸ਼ੀਰਵਾਦ। ਕਿਉਂ ਕਿੰਨਾ ਚੰਗਾ ਹੋਵੇ ਜੇ ਸਾਨੂੰ ਰੱਬ ਨੇ ਖੁਸ਼ੀ ਦਿੱਤੀ ਹੈ ਕਿਸੇ ਧੀ ਪੁੱਤ ਦਾ ਵਿਆਹ ਵੀ ਉੱਥੇ ਹੀ, ਵਿਆਹ ਵਾਲੇ ਦਿਨ ਲੰਗਰ 'ਚ ਹੀ ਛਕਣਾ ਪਊਗਾ, ਟੇਬਲ ਟੂਬਲ ਕੋਈ ਨਹੀਂ। ਸਾਡੇ ਪੁੱਠੇ ਕੰਮ ਸ਼ੁਰੂ ਹੋ ਗਏ, ਬੇਸਮੈਂਟਾਂ 'ਚ ਗੁਰਦੁਆਰੇ ਵੀ ਟੇਬਲ ਲੱਗਣ ਲੱਗ ਪਏ ਅਤੇ ਪੈਲਸਾਂ ਦੇ ਵਾਂਗ ਹੀ ਸਾਰਾ ਹਿਸਾਬ ਕਿਤਾਬ ਬਣ ਗਿਆ। ਗੁਰਦੁਆਰੇ 'ਚ ਲੰਗਰ ਪੰਗਤ 'ਚ ਬਹਿ ਕੇ ਛਕਣਾ ਚਾਹੀਦਾ, ਭਾਵੇਂ ਵਿਆਹ ਹੈ ਅਤੇ ਭਾਵੇਂ ਮਰਗ ਹੈ। ਗੁਰਦੁਆਰੇ ਦੇ ਅੰਦਰ ਟੇਬਲ ਕੁਰਸੀਆਂ ਦਾ ਮਤਲਬ ਨਹੀਂ ਹੋਣਾ ਚਾਹੀਦਾ, ਕਿਉਂਕਿ ਗੁਰਦੁਆਰਾ ਹੈ, ਇਹ ਕੋਈ ਪੈਲਸ ਥੋੜ੍ਹੋ ਆ, ਫਾਰਮ ਹਾਊਸ ਥੋੜ੍ਹੋ ਆ। ਅਤੇ ਇਸ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਆਪਦੀ ਖੁਸ਼ੀ ਸਾਂਝੀ ਕਰੀਏ, ਜਿਸ ਕਰਕੇ ਮਹਾਰਾਜ ਦੀ ਕਿਰਪਾ ਹੋਵੇ। ਕਿਉਂਕਿ ਉਹਨੇ ਹੀ ਸਾਨੂੰ ਪੈਦਾ ਕੀਤਾ ਹੈ ਅਤੇ ਉਹ ਪਰਮੇਸ਼ਰ ਸਾਰੇ ਸੰਸਾਰ ਨੂੰ ਜਨੜਾ ਸਾਜਣ ਵਾਲਾ, ਪੈਦਾ ਕਰਨ ਵਾਲਾ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ। ਹਰ ਵਕਤ ਸਾਖੀ ਰੂਪ ਹੋ ਕੇ ਸਾਡੇ ਅੰਤःਕਰਨ ਦੇ ਪਾਸ ਹੀ ਖਲੋਇੜਾ ਅਸਥਿਤ ਹੈ, ਕਿਉਂਕਿ ਉਹ ਸਾਡਾ ਪਰਮੇਸ਼ਰ ਜਨੜਾ ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਕਰਕੇ ਜਨੜਾ ਜਾਣਿਆ ਜਾਂਦਾ, ਜਾਂ ਜਾਣਨੇ ਯੋਗ ਪਰਮੇਸ਼ਰ ਗੁਰਾਂ ਦੁਆਰਾ ਹੀ ਜਾਣਿਆ ਜਾਂਦਾ ਹੈ। ਭਾਈ ਰੇ ਗੁਰ ਬਿਨ ਗਿਆਨ ਨ ਹੋਏ, ਪੁੱਛੋ ਬ੍ਰਹਮੇ ਨਾਰਦ ਹੈ, ਵੇਦ ਵਿਆਸੈ ਕੋਏ। ਉਹ ਪਰਮਾਤਮਾ ਜਾਨੜਾ ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਦਿਲਾਂ ਦੀਆਂ ਘਟਾਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਹੈ। ਇਸੇ ਪ੍ਰਕਾਰ ਸਾਜਨੜਾ ਮੇਰਾ ਸਾਜਨੜਾ। ਉਹ ਪਰਮੇਸ਼ਰ ਸਾਡਾ ਪਿਆਰਾ ਸੱਜਣ ਹੈ। ਇੱਕ ਮਿੱਤਰ ਹੁੰਦਾ, ਇੱਕ ਪਿਆਰਾ ਮਿੱਤਰ ਹੁੰਦਾ, ਬੈਸਟ ਫਰੈਂਡ ਜਿਹਨੂੰ ਕਹਿੰਦੇ ਨੇ, ਉਹ ਸਾਡਾ ਪੱਕਾ ਮਿੱਤਰ ਹੈ, ਬੜਾ ਪਿਆਰਾ ਸੱਜਣ ਹੈ। ਅਤੇ ਸਾਡੇ ਤਾਈਂ ਸਾਜਨੜਾ ਉਹੀ ਪੈਦਾ ਕਰਨੇ ਵਾਲਾ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ। ਉਹ ਸਾਡਾ ਸੱਜਣ ਅੰਦਰ ਦੀ ਜਾਣਨ ਵਾਲਾ ਅਤਿਅੰਤ ਆ ਨਾਲ ਹੀ ਖੜਾ ਹੋਇਆ ਹੈ, ਸਾਹ ਰਗ ਤੋਂ ਵੀ ਨੇੜੇ ਹੈ। ਨੀਰੈ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਭਗਤ ਨਾਮਦੇਵ ਜੀ ਦਾ ਬਚਨ ਹੈ, ਸਭੈ ਘਟ ਰਾਮ ਬੋਲੇ, ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ। ਰਹਾਉ ਏਕਲ ਮਾਟੀ ਕੁੰਜਰ ਚੀਟੀ, ਭਾਜਣ ਹੈ ਬਹੁ ਨਰ ਨਾਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚੰਤਾ ਰਾਖਿ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭਏ ਨੇ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਉਹ ਨੇੜੇ ਹੈ। ਕਈ ਕਹਿੰਦੇ ਨੇ ਕਿ ਰੱਬ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਵੈਸੇ ਵੱਖੋ ਵੱਖਰਾ ਪ੍ਰਕਰਨ ਹੈ। ਹਵਾ ਆ ਰਹੀ ਹੈ, ਹਵਾ ਦੇਖਦੀ ਨਹੀਂ,
पर ठंडी ठंडी हवा महसूस हो रही है, बड़ा सोहना मौसम है। इंज ये भी प्रकरण गुरु साहब ने रखिया है कि तू हिरदय गुप्त वसै दिन राती, तेरा पाओ न बुझै गवारी। बेसमझ लोग इस गल नूं महसूस नहीं करते। वो कहते आखे जी रब है ही नहीं, पर उन्होंने मूर्खों को ये नहीं पता भी दुध विच कद घ्यो दिखता है, घ्यो दिखता थोड़ी है, पर यह नहीं भी दुध विच घ्यो है ही नहीं। लोग तो सपरेटे नूं भी जमा के उस चों भी घ्यो कढ लैंदे ने। तो इस वास्ते वो परमात्मा जिहड़ा है, सगल बनस्पत मैं बैसंतर, सगल दूध मैं किया, ऊच नीच में जोत समानी, घट घट माधो जिया। कह रविदास हाथ पै नीरै, सहजे होए सो होई। हथ तो भी साह रग तो भी नेड़े है। नामदेव जी कहते ने तुसीं दसो किहड़ा कहंदा रब नहीं दिखदा। मैनू तो महाराज मिलिया है 72 वार। भगतमाल ग्रंथ विच लिखिया है कि भगत नामदेव जी नूं 72 वार वाहिगुरू जी दे प्रतख दर्शन होए। 72 वार बाणी का तां फैसला है कि नामदेव हर जीओ बसै संग। धन्ने नूं भी वेखो मिलिया, उहदियां गावां चारियां, उहदा खूह गेड़िया, पैलियां नूं पानी लाया, गोडी कीती, सारे काम भी कीते। यो संतां भगतां नूं दर्शन दिंदा है। बाणी का फैसला है कि जिन्ना चिर किसी नूं आपां जाणदे नहीं या किसी नूं वेखिया नहीं, उहदे बारे कहांगे कि तुसीं दसो। आपां एक दूजे बारे जानकारी रखांगे तां ही एक दूजे बारे कह सकते हैं। जिस बंदे नूं जाणदे ही नहीं, जिसनूं वेखिया ही नहीं, उहदी सिफत की करांगे। श्री गुरु नानक देव महाराज जी ने रब नूं वेखिया है। चढ़िया सोधन धरत लुकाई, धरती की लुकाई नूं जद सोधन चढ़िया तो सब तो पहला महाराज 3 दिन वेई नदी विच प्रवेश रहे। अरो वाहिगुरू अकाल पुरख जी के चरणों के विच ही रहे। रब जी नूं मिल के आए। उत्थे महाराज दे कोलों मूल मंत्र लिया, फिर जपजी साहब उचार के सिफत की। ये गल इतिहास में दर्ज है। सो पहलों पाया बाबे बख्शदार। बाबे श्री गुरु नानक देव जी ने पहलों वाहिगुरू जी की बख्शिश का दर पा लिया। पिछों दे कर घाल कमाई, वो तो पिछों घाल कमाई की। लोग रब नूं पाउण वास्ते कमाई करते, बंदगी करते, पर सतगुरु नानक देव जी ने पहलों सचखंड दरबार के दर्शन कर ले, वाहिगुरू जी नूं देख लिया, वो तो बाद घाल कमाई करी की ताकि दूजियां नूं सिक्ख्या मिल सके। तो इस वास्ते जब देखा तब गावा। जिन्ना चिर वेख्या नहीं उन्ना चिर गावांगे कि जिन्नी बाणी एक ओंकार तो लैके 18, 10, 20 तक श्री गुरु नानक देव जी ने गाई है, वो रब जी नूं सामने बिठा के गाई है। वाहिगुरू की सिफत दर्शन करदियां कीती है। जिस वक्त महाराज अकाल पुरख जी के चरणों में पहुँचे तो परमेश्वर जी ने आखिया, भाई बाला जी की जन्म साखी में दर्ज है कि हे गुरु परमेश्वर, जिस कारज लई तुहानूं दुनिया में भेजिया सी कि वो कारज कर आए हो? कहते जी नहीं। फिर उस तरह ही क्यों वापस आ गए? कहते जी संसार की मर्यादा है, जिन्ना चिर कोई आप गुरु वाला ना होवे उन्ना चिर दूजे नूं उपदेश नहीं दे सकता। इसलिए मैं आप जी नूं गुरु धारण करन आया हाँ। आप जी
ਗੁਰੂ ਬਣ ਕੇ ਜੋ ਮੈਨੂੰ ਉਪਦੇਸ਼ ਬਖਸ਼ੋਗੇ ਉਹੀ ਮੈਂ ਅੱਗੇ ਸੰਸਾਰ ਨੂੰ ਸੁਣਾਵਾਂਗਾ। ਤੋ ਵਾਹਿਗੁਰੂ ਜੀ ਨੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇੱਥੋਂ ਤੱਕ ਮਹਾਂਮੰਤਰ ਉਚਾਰਨ ਕਰਕੇ ਉਪਦੇਸ਼ ਬਖਸ਼ਿਆ। ਫਿਰ ਆਖਿਆ ਕਿ ਮੇਰੀ ਸਿਫਤ ਕਰੋ। ਤਾਂ ਬਾਬੇ ਨਾਨਕ ਨੇ ਜਪ ਉਚਾਰਿਆ, ਜਪ ਆਦਿ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੇ ਕਲ ਆਇਆ ਮੂਲ ਮੰਤਰ ਦਾ ਪਾਠ ਇੱਥੋਂ ਤੱਕ ਨੀਅਤ ਕੀਤਾ ਕਿ ਜਦ ਵੀ ਜਾਪ ਜਪਣਾ ਹੈ ਤਾਂ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦੀ ਮੋਹਰ ਤੱਕ ਜਪਣਾ ਹੈ। ਫਿਰ ਸੋਚਿਆ ਸੋਚ ਨਾ ਹੋਵਈ। 38 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਪ੍ਰਭੂ ਦੀ ਸਿਫਤ ਵਿੱਚ ਸੱਚਖੰਡ ਦਰਬਾਰ ਅਕਾਲ ਪੁਰਖ ਦੇ ਸਨਮੁਖ ਉਚਾਰੀਆਂ। ਪਹਿਲੀ ਵਾਰ ਜਪਜੀ ਸਾਹਿਬ ਸੱਚਖੰਡ ਉਚਾਰਿਆ, ਦੂਜੀ ਵਾਰ ਸਿੱਧਾ ਨੇ ਨਾਲ ਚਰਚਾ ਕਰਦਿਆਂ ਸੁਮੇਰ ਪਰਬਤ 'ਤੇ ਉਚਾਰਿਆ, ਤੀਸਰੀ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਪਾਵਨ ਲਹਿਣਾ ਜੀ ਦੇ ਰੂਪ 'ਚ ਜਦ ਉਹਨਾਂ ਮਾਲਾ ਮੰਤਰ ਪੁੱਛਿਆ ਤਦ ਉਚਾਰਿਆ। ਇਉਂ ਸਾਧ ਸੰਗਤ ਜੀਓ, ਜਿਤਨੀ ਵੀ ਬਾਣੀ ਹੈ ਸ੍ਰੀ ਰਾਗ ਦਾ ਪਹਿਲਾ ਹੀ ਸ਼ਬਦ ਹੈ ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨਾ ਆਵੈ ਨਾਉ। ਵਾਹਿਗੁਰੂ ਜੀ ਨੂੰ ਸੰਬੋਧਨ ਕਰ ਰਹੇ ਨੇ ਕਿ ਮਤਾ ਇਹ ਵਾਹਿਗੁਰੂ ਜੀ ਇਹ ਕਲਯੁਗ ਵੱਲ ਵੇਖ ਕਰਕੇ ਮੈਨੂੰ ਤੇਰਾ ਨਾਮ ਹੀ ਭੁੱਲ ਜਾਂਦਾ ਹੋਵੇ, ਤੇਰਾ ਨਾਮ ਹੀ ਚੇਤੇ ਨਾ ਆਵੇ। ਇਸ ਲਈ ਕਲਯੁਗ ਦੀਆਂ ਭੇਟਾਂ ਨਹੀਂ ਚਾਹੀਦੀਆਂ, ਮੈਨੂੰ ਤਾਂ ਤੇਰਾ ਨਾਮ ਚਾਹੀਦਾ। ਤੋ ਇਸ ਲਈ ਕੌੜੀ ਕਬੀਰ ਜੀ ਓਏ ਜੋ ਦਿਸੈ ਅੰਬਰ ਤਾਰੇ ਕਿਨ ਹੋਏ ਚੀਤੇ ਚੀਤਨ ਹਾਰੇ। ਜੇ ਕੋਈ ਕਹੇ ਵੀ ਰੱਬ ਹੈ ਨਹੀਂ ਤਾਂ ਰੱਬ ਤੋਂ ਬਗੈਰ ਇੰਨੀ ਬਾਣੀ ਕਿਵੇਂ ਲਿਖੀ ਗਈ ਤੁਸੀਂ ਦੱਸੋ। ਇਹ ਤਾਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਰੱਬ ਦੇ ਦਰ ਤੋਂ ਆਈ ਹੈ। ਜੇ ਰੱਬ ਹੈ ਹੀ ਨਹੀਂ ਤਾਂ ਬਾਣੀ ਉਚਾਰੀ ਕਿਵੇਂ ਗਈ। ਕਈ ਅੱਜ ਕੱਲ੍ਹ ਦੇ ਮੂਰਖ ਵਿਦਵਾਨ ਕਹਿੰਦੇ ਆਖੇ ਜੀ ਇਹ ਤਾਂ ਦਿਮਾਗ ਦੀ ਉਪਜ ਹੈ। ਸਾਧ ਸੰਗਤ ਜੀਓ, ਇਹ ਸਾਡੇ ਵਾਂਗਰ ਆਪਦੀ ਸੋਚ ਦਾ ਦਿਮਾਗ ਦੀ ਉਪਜ ਕਵਿਤਾ ਨਹੀਂ ਹੈ। ਇਹ ਧੁਰ ਕੀ ਬਾਣੀ ਕਹਿੰਦੇ ਹੂੰ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਗੁਰੂਆਂ ਨੇ ਪ੍ਰਤੱਖ ਲਿਖਿਆ ਹੋਇਆ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਅਸੀਂ ਤਾਂ ਬੋਲਣ ਵਾਲੇ ਢਾਡੀ ਹਾਂ ਬਾਈ, ਜੇ ਉਹ ਬੁਲਾਵੇ ਤੇ ਉਹ ਬੋਲਿਆ ਸੁਆਮੀ। ਸਾਨੂੰ ਤਾਂ ਕੋਈ ਬੋਲ ਨਹੀਂ ਆਉਂਦਾ, ਜੋ ਰੱਬ ਬੁਲਾਉਂਦਾ ਸੀ ਉਹੀ ਬੋਲਦੇ ਆ। ਅਤੇ ਇਸ ਲਈ ਜੇ ਕੋਈ ਬਹੁਤਾ ਖਹਿੜਾ ਕਰੇ ਤਾਂ ਕਬੀਰ ਜੀ ਕਹਿੰਦੇ ਜਿਹੜੇ ਉਹ ਆਕਾਸ਼ ਦੇ ਵਿੱਚ ਤਾਰੇ ਟਮਕਦੇ ਨੇ, ਆਕਾਸ਼ ਮੈਨੂੰ ਥੰਮਾ ਗਗਨ ਰਹਾਇਆ ਕਿੰਨੇ ਟਿਕਾਇਆ ਹੋਇਆ, ਉਹ ਤਾਰੇ ਕਿਵੇਂ ਚਮਚਮਾਉਂਦੇ ਨੇ। ਓਏ ਜੋ ਦਿਸੈ ਅੰਬਰ ਤਾਰੇ ਕਿਨੋਏ ਚੀਤੇ ਚੀਤਨ ਹਾਰੇ। ਕੌਰੇ ਪੰਡਤ ਅੰਬਰ ਕਾਸਿਓ ਲਾਗਾ, ਆਕਾਸ਼ ਨੂੰ ਕਿੰਨੇ ਥੰਮਾ ਦਿੱਤਾ ਹੋਇਆ, ਇਹਦੇ ਆਸਰੇ ਲੱਗਾ। ਬੂਝੈ ਬੂਝਨ ਹਰ ਸੁਭਾਗਾ ਰਹਾਉ। ਇਸ ਗੱਲ ਨੂੰ ਭਾਗਾਂ ਵਾਲਾ ਕੋਈ ਸਮਝਦਾ। ਸੂਰਜ ਚੰਦ ਕਰੇ ਉਜਿਆਰਾ, ਸੂਰਜ ਵਿੱਚ ਕਿੰਨੇ ਮਿੱਟੀ ਦਾ ਤੇਲ ਪਾਇਆ, ਦੀਵਾ ਮਿੱਟੀ ਦੇ ਤੇਲ ਨਾਲ ਜਗਦਾ, ਜਾਂ ਸਰੋਂ ਦਾ ਤੇਲ ਜਾਂ ਘਿਓ ਦੇ ਨਾਲ ਜੋਤ ਜਗਦੀ ਹੈ। ਉਹਦੇ ਵਿੱਚ ਕਿੰਨੇ ਪੈਟਰੋਲ ਪਾਇਆ ਜਾਂ ਕਿੰਨੇ ਉਹਨੂੰ ਲਾਈਟ ਬਿਜਲੀ ਦਿੱਤੀ ਹੋਈ, ਉਹ ਕਿਉਂ ਚਮਕਾਰੇ ਮਾਰੇ ਹੈ। ਚੰਦਰਮਾ ਕਿਵੇਂ ਚਮਕਦਾ ਹੈ ਤੁਸੀਂ ਦੱਸੋ। ਉਹ ਵਾਹਿਗੁਰੂ ਜੀ ਦਾ ਹੀ ਚਾਨਣ ਸਾਹਮਣੇ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਾਹਮਣੇ ਚਾਨਣ ਹੋਏ। ਇਉਂ ਸੂਰਜ ਚੰਦ ਕਰੇ ਉਜਿਆਰਾ, ਸਾਹਮਣੇ ਪਸਰਿਆ ਬ੍ਰਹਮ ਪਸਾਰਾ। ਸਭਨਾਂ ਦੇ ਵਿੱਚ ਹੀ ਬ੍ਰਹਮ ਦਾ ਪਸਾਰਾ ਪਸਰਿਆ ਹੋਇਆ। ਕਹੋ ਕਬੀਰ ਜਾਣੇਗਾ ਸੋਏ ਪਰ ਜਾਣੇਗਾ ਉਹੀ। ਗੱਲਾਂ ਦੇ ਨਾਲ ਗਿਆਨ ਨਹੀਂ ਮਿਲਦਾ। ਕਹਿੰਦੇ ਗਿਆਨ ਨਾਲ ਗੱਲੀ ਢੂਡੀ ਹੈ ਕਥਨਾ ਕਰੜਾ ਸਾਰ। ਉਹੀ ਜਾਣੇਗਾ ਹਿਰਦੈ ਰਾਮ ਮੁਖ ਰਾਮੈ ਹੋਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਹਿਰਦੇ ਵਿੱਚ ਵੀ ਰਾਮ ਅਤੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਰਵੇਂ ਪਰਮਾਤਮਾ ਦਾ ਉਚਾਰਨ ਕਰਦਾ ਹੈ। ਇਸ ਲਈ ਜੇ ਸਾਨੂੰ ਦਿਖਦਾ ਨਹੀਂ ਹੈ
ਤੇ ਜ਼ਰੂਰੀ ਨਹੀਂ ਵੀ ਪ੍ਰਮਾਤਮਾ ਹੈ ਹੀ ਨਹੀਂ, ਉਹ ਹੈ ਜ਼ਰੂਰ। ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਇੱਕ ਵਾਰ ਇਸੇ ਹੀ ਸ਼ਬਦ ਦਾ ਕੀਰਤਨ ਕਰ ਰਹੇ ਸਨ ਭਿੰਡਰਾਂ ਵਾਲੇ ਸੰਤ, ਜਿਨ੍ਹਾਂ ਤੋਂ ਟਕਸਾਲ ਦੇ ਨਾਲ ਭਿੰਡਰਾਂ ਅੱਖਰ ਜੁੜੇ ਹੈ। ਮੋਗੇ ਜ਼ਿਲ੍ਹੇ ਦਾ ਜਗਰਾਉਂ ਦੇ ਨਜ਼ਦੀਕ ਇੱਕ ਭਿੰਡਰਾਂ ਕਲਾ ਪਿੰਡ ਹੈ। ਉੱਥੋਂ ਦੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਨੇ, ਜਿਨ੍ਹਾਂ ਨੇ 100-150 ਸਿੰਘ ਆਪਦੇ ਨਾਲ ਰੱਖ ਕੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਸੰਪਰਦਾ ਦਮਦਮੀ ਟਕਸਾਲ ਦੇ 11ਵੇਂ ਮੁਖੀ ਬਣ ਕੇ ਅਤੇ ਸਿੰਘਾਂ ਨੂੰ ਪੜ੍ਹਾਇਆ। ਆਪਦੀ ਪੈਲੀ ਦੇ ਵਿੱਚ ਨਿੱਜੀ ਜ਼ਮੀਨ ਦੇ ਵਿੱਚ ਹੀ ਗੁਰਦੁਆਰਾ ਬਣਾ ਕੇ ਸਿੰਘਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ। ਉਂਝ ਵਿਚਰ ਕੇ ਕਥਾ ਕਰਿਆ ਕਰਦੇ, ਜਦੋਂ ਵੀ ਕਿਤੇ ਵਿਹਲਾ ਸਮਾਂ ਹੁੰਦਾ ਤਾਂ ਉੱਥੇ ਭਿੰਡਰਾਂ ਵਿਖੇ ਆ ਕੇ ਬਿਰਾਜਮਾਨ ਹੁੰਦੇ ਸਨ। ਉਹ ਮਹਾਂਪੁਰਖਾਂ ਦੇ ਉੱਪਰ ਰੱਬ ਦੀ ਇੰਨੀ ਕਿਰਪਾ ਸੀਗੀ, ਉਹਨਾਂ ਦਾ ਜੀਵਨ ਗਿਆਨੀ ਵੀਰ ਸਿੰਘ ਜੀ ਮੱਦੋਕੇ ਨੇ ਲਿਖਿਆ ਅਤੇ ਮੈਂ ਛਾਪਿਆ। ਟਕਸਾਲ ਦੇ ਵਿੱਚ ਸੇਵਾ ਕਰਦੇ ਹਾਂ, ਉਹਦੇ ਵਿੱਚ ਮੈਂ ਸਾਖੀ ਪੜ੍ਹੀ ਹੈ। ਗਿਆਨੀ ਵੀਰ ਸਿੰਘ ਮੱਦੋਕੇ ਜੀ ਨੇ ਲਿਖਿਆ ਕਿ ਇੱਕ ਵਾਰ ਉੱਥੇ ਕਾਨਫਰੰਸ ਹੋਈ, ਸਾਰੇ ਮਹਾਂਪੁਰਖਾਂ ਦਾ ਸਮਾਗਮ ਜੋੜ ਮੇਲ ਹੋਇਆ, ਸੰਤ ਸਮਾਗਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਾਵਨ ਹਜ਼ੂਰੀ ਵਿੱਚ ਸਭਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ। ਉੱਥੇ ਇੱਕ ਵਿਚਾਰ ਰੱਖੀ ਗਈ ਕਿ ਕੋਈ ਗੁਰਮੁਖ ਪਿਆਰਾ ਦੱਸੇ ਕਿ ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਕਿਸ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣ। ਕੋਈ ਸਿੱਖ ਇਹੋ ਜਿਹਾ ਹੈ, ਉਹਦਾ ਨਾਮ ਦੱਸੋ। ਸਭਨਾਂ ਨੇ ਕਥਾ ਕਰਦਿਆਂ ਆਪੋ ਆਪਣੀ ਲਿਆਕਤ ਮੁਤਾਬਕ ਕਿਸੇ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਆ ਕਿ ਬਾਬਾ ਜੀ ਐਸੇ ਗੁਰਸਿੱਖ ਹੋਏ ਨੇ ਗੁਰੂ ਘਰ ਦੇ ਵਿੱਚ, ਜਿਨ੍ਹਾਂ ਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੱਥੂ ਨੰਗਲ ਹੈ। ਮੱਝਾਂ ਚਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਮਾਤਾ ਤੋਂ ਚੋਰੀ ਸਾਹਿਬਾਂ ਨੂੰ ਕਾੜ੍ਹਨੀ ਦਾ ਦੁੱਧ ਪਿਲਾਇਆ ਮਲਾਈ ਸਮੇਤ, ਅਤੇ ਸਮਝ ਲਓ ਕਿ ਗੁਰੂ ਜੀ ਨੂੰ ਖਰੀਦ ਹੀ ਲਿਆ ਅਤੇ ਮਹਾਰਾਜ ਦੇ ਹੋ ਕੇ ਰਹਿ ਗਏ। ਬੜੇ ਪਿਆਰ ਨਾਲ ਸੇਵਾ ਕੀਤੀ। ਗੁਰੂ ਘਰ ਦੇ ਵਿੱਚ 6 ਪਾਤਸ਼ਾਹੀਆਂ ਤੱਕ ਰਹੇ। ਐਸੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ। 6 ਪਾਤਸ਼ਾਹੀਆਂ ਨੂੰ ਬਾਬਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ। 6ਵੇਂ ਪਾਤਸ਼ਾਹ ਨੇ ਜਦ ਪੁੱਛਿਆ ਕਿ ਬਾਬਾ ਜੀ ਆਪ ਦੀ ਅੰਤਮ ਇੱਛਾ, ਕਹਿੰਦੇ ਮਹਾਰਾਜ ਜਦ ਮੈਂ ਚੜ੍ਹਾਈ ਕਰਾਂ ਤਾਂ ਮੇਰੇ ਕੋਲ ਹੋਇਓ। ਸਾਰੀ ਉਮਰ ਗੁਰਦੁਆਰੇ ਲੰਘ ਗਈ ਅਤੇ ਮਰਨ ਲੱਗਿਆ ਵੀ ਮੈਨੂੰ ਦਰਸ਼ਨ ਦਿਓ ਅਤੇ ਆਪਦੇ ਹੱਥੀਂ ਮੇਰਾ ਕਿਰਿਆ ਕਰ, ਮੇਰੀ ਅਰਦਾਸ ਕਰਿਓ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ਣ। ਮਹਾਰਾਜ ਕਹਿੰਦੇ ਬਾਬਾ ਜੀ 7 ਬਚਨ, ਅਸੀਂ ਜਿੱਥੇ ਵੀ ਹੋਵਾਂਗੇ ਤੁਹਾਡੇ ਕੋਲ ਪਹੁੰਚ ਜਾਵਾਂਗੇ। ਤੋ ਸ੍ਰੀ ਹਰਗੋਬਿੰਦਪੁਰ ਦਾ ਗੁਰੂ ਸਾਹਿਬਾਂ ਨੇ ਜੰਗ ਸੰਪੂਰਨ ਕੀਤਾ ਸੀ। ਉੱਥੋਂ ਪਤਾ ਚੱਲਿਆ ਕਿ ਬਾਬਾ ਜੀ ਯਾਦ ਕਰ ਰਹੇ ਨੇ। ਅੰਤਰਜਾਮੀ ਗੁਰੂ ਸਾਹਿਬ ਰਮਦਾਸ ਪਹੁੰਚੇ। ਉੱਥੇ ਬਾਬਾ ਜੀ ਦੇ ਕੋਲ ਸਾਰੀ ਰਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਦੇ ਰਹੇ। ਅੰਮ੍ਰਿਤ ਵੇਲੇ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਜੋਤੀ ਜੋਤ ਸਮਾ ਗਏ। ਇਹ ਆਪਦੇ ਹੱਥੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦਾ ਇਸ਼ਨਾਨ ਕਰਵਾਇਆ। ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਇਤਿਆਦਿਕ ਬ੍ਰਾਹਮਣ ਗਿਆਨੀ ਗੁਰਸਿੱਖਾਂ ਨੇ ਬਾਬਾ ਜੀ ਦਾ ਅੰਗੀਠਾ ਚੜ੍ਹਿਆ ਅਤੇ ਅਰਦਾਸ ਕਰਕੇ ਸੰਸਕਾਰ ਕੀਤਾ। ਫਿਰ ਸਭ ਕਿਰਿਆ ਆਦਿ ਕਰਕੇ ਫਿਰ ਗੁਰੂ ਸਾਹਿਬ ਜੀ ਉੱਥੋਂ ਰਵਾਨਾ ਹੋਏ। ਇਉਂ ਬਾਬਾ ਬੁੱਢਾ ਜੀ ਵਰਗਾ ਕੋਈ ਹੋਰ ਗੁਰਸਿੱਖ ਨਹੀਂ ਹੈ ਜਿਹਨੇ ਆਪਦੇ ਨੇਤਰਾਂ ਨਾਲ
ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਣ। ਕਿਸੇ ਨੇ ਬਾਬਾ ਬੁੱਢਣ ਸ਼ਾਹ ਜੀ ਦਾ ਨਾਮ ਲਿਆ, ਜਿਨ੍ਹਾਂ ਦੀ ਸਮਾਧ, ਜਿਨ੍ਹਾਂ ਦਾ ਸਥਾਨ ਕੀਰਤਪੁਰ ਸਾਹਿਬ ਪਹਾੜੀ ਦੇ ਉੱਪਰ ਹੈ। ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਬੱਕਰੀਆਂ ਦਾ ਦੁੱਧ ਪੇਸ਼ ਕੀਤਾ। ਉਹਨਾਂ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਹੁੰਦਾ ਸੀ, ਅਤੇ ਬੰਦਗੀ ਕਰਦਿਆਂ ਤੋਂ ਅੱਖਾਂ ਦੇ ਭਰਵੱਟੇ ਏਡੇ ਵੱਧ ਗਏ ਕਿ ਆਪ ਦੀਆਂ ਝਿਮਣੀਆਂ ਅੱਖਾਂ ਦੇ ਭਰਵੱਟਿਆਂ ਨੂੰ ਉੱਪਰ ਚੁੱਕ ਕੇ ਵੇਖਦੇ ਹੁੰਦੇ ਸਨ। ਇੰਨੇ ਬਜ਼ੁਰਗ ਸੀਗੇ। ਅਤੇ ਸਤਿਗੁਰੂ ਜੀ ਕਹਿਣ ਲੱਗੇ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਪੀਵਾਂਗੇ। ਅਤੇ ਕਈਆਂ ਦਾ ਵਿਚਾਰ ਹੈ ਕਿ ਛੇਵੇਂ ਪਾਤਸ਼ਾਹ ਜੀ ਨੇ ਦੁੱਧ ਛਕਿਆ। ਅਤੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਜਦ ਕੀਰਤਪੁਰ ਨਗਰ ਵਸਾਇਆ, ਭਾਈ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਭੇਜਿਆ ਸੀ ਵੀ ਬਾਬਾ ਬੁੱਢਣ ਸ਼ਾਹ ਨੂੰ ਦਰਸ਼ਨ ਦਿਓ ਅਤੇ ਉਹਨਾਂ ਦਾ ਜਾ ਕੇ ਦੁੱਧ ਛਕਿਓ। ਤਾਂ ਬਾਬਾ ਗੁਰਦਿੱਤਾ ਜੀ ਨੇ ਬੁੱਢਣ ਸ਼ਾਹ ਦਾ ਦੁੱਧ ਛਕਿਆ। ਇੱਕ ਪਾਸੇ ਬਾਬੇ ਗੁਰਦਿੱਤੇ ਦੀ ਸਮਾਧ ਹੈ, ਦੂਜੇ ਪਾਸੇ ਬਾਬੇ ਬੁੱਢਣ ਸ਼ਾਹ ਦੀ ਸਮਾਧ ਹੈ। ਜਿਹੜੇ ਵੀ ਕੀਰਤਪੁਰ ਸਾਹਿਬ ਜਾਂਦੇ ਉੱਥੇ ਯਾਤਰਾ ਕਰਕੇ ਆਉਂਦੇ ਨੇ। ਆਪਾਂ ਕਦੀ ਕਿਸੇ ਮੁਸਲਮਾਨ ਦੀ ਕਬਰ 'ਤੇ ਨਹੀਂ ਗਏ, ਅਤੇ ਪਰ ਜਿਹੜੇ ਗੁਰੂ ਸਾਹਿਬ ਦੇ ਸਿੱਖ ਸ਼ਰਧਾਲੂ ਹੋਏ ਨੇ, ਬਾਬੇ ਬੁੱਢਣ ਸ਼ਾਹ ਕੋਲ ਵੀ ਜਾਈਦਾ, ਮੱਥਾ ਭਾਵੇਂ ਟੇਕੀਏ ਨਾ ਟੇਕੀਏ। ਅਤੇ ਜੇ ਟੇਕਣ ਨੂੰ ਜੀ ਕਰੇ ਫਿਰ ਕਿਰਪਾਨ ਅੱਗੇ ਰੱਖ ਕੇ ਮੱਥਾ ਟੇਕ ਦਈਦਾ। ਸਿੰਘ ਸ਼ਹੀਦਾਂ ਦੀਆਂ ਸਮਾਧਾਂ 'ਤੇ ਵੀ ਤਾਂ ਟੇਕੀ ਦਾ ਹੀ ਹੈ। ਅਤੇ ਦੂਸਰਾ, ਜਿਹੜੇ ਗਣੀ ਖਾਂ ਅਤੇ ਨਬੀ ਖਾਂ, ਜਿਨ੍ਹਾਂ ਨੇ ਆਪਦੇ ਮੋਢਿਆਂ 'ਤੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪਾਲਕੀ ਚੁੱਕੀ, ਜਦ ਕਿ ਸ਼ੂਟ ਕਰਨ ਦਾ ਹੁਕਮ ਸੀ। ਪਤਾ ਵੀ ਅੱਗੇ ਮੌਤ ਖੜੀ ਹੈ। ਨਾਕੇ ਦੇ ਵਿੱਚ ਦੀ ਵੇਖੋ ਕਿੱਡੀ ਬਹਾਦਰੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਰ ਕੀਤਾ। ਸਿਰਫ ਇੱਕੋ ਹੀ ਗੱਲ ਆਖੀ ਕਿ ਮਹਾਰਾਜ ਇਸ ਔਖੇ ਸਮੇਂ ਆਪ ਦੀ ਸੇਵਾ ਕਰਨੀ ਬਹੁਤ ਕਠਿਨ ਹੈ, ਪਰ ਜੇ ਤੁਸੀਂ ਸਾਡੀ ਛੋਟੀ ਜਿਹੀ ਗੱਲ ਮੰਨ ਲਓ, ਸਾਡੇ ਆਖੇ ਲੱਗੋ, ਆਪ ਜੀ ਆਪਦੇ ਕੱਪੜੇ ਚੇਂਜ ਕਰ ਲਓ, ਸਾਨੂੰ ਸੇਵਾ ਕਰਨੀ ਸੌਖੀ ਰਹੂਗੀ। ਨਹੀਂ ਤਾਂ ਸੇਵਾ ਤਾਂ ਉਂਝ ਵੀ ਕਰਾਂਗੇ, ਨਹੀਂ ਕੱਪੜੇ ਚੇਂਜ ਕਰਨੇ ਨਾ ਵੀ ਕਰੋ, ਅਤੇ ਪਰ ਸਾਨੂੰ ਥੋੜ੍ਹਾ ਜਿਹਾ ਕਠਿਨਾਈ ਹੋਊਗੀ, ਅਤੇ ਕਿਤੇ ਪਤਾ ਚੱਲ ਗਿਆ ਸੇਵਾ 'ਚ ਵਿਘਨ ਪਊਗਾ। ਸੇਵਾ ਤਾਂ ਅਸੀਂ ਆਪ ਦੀ ਕਰਨੀ ਹੈ। ਜੇ ਬੇਨਤੀ ਮੰਨੋ ਵੀ ਕੱਪੜੇ ਨੀਲੇ ਪਾ ਲਓ ਅਤੇ ਕੇਸਾਂ ਨੂੰ ਪਿੱਛੇ ਖੁੱਲ੍ਹਾ ਛੱਡ ਲਓ, ਜਿਸ ਤਰ੍ਹਾਂ ਹਾਜੀ ਆਪ ਦਾ ਲਿਬਾਸ ਬਣਾਉਂਦੇ ਨੇ, ਕੇਸਾਂ ਨੂੰ ਪਿੱਛੇ ਖੁੱਲ੍ਹਾ ਛੱਡ ਕੇ ਉੱਪਰ ਦੀ ਪੱਗ ਬੰਨ੍ਹ ਲਈ ਮਹਾਰਾਜ ਨੇ, ਅਤੇ ਨੀਲ ਬਸਤਰਲੇ ਕੱਪੜੇ ਪਹਿਰੇ। ਤੁਰਕ ਪਠਾਣੀ ਅਮਲ ਕੀਆ। ਨੀਲੇ ਬਸਤਰ ਜਿਹੜੇ ਨਿਹੰਗਾਂ ਸਿੰਘਾਂ ਦਾ ਬਾਣਾ ਗੁਰੂ ਘਰ ਦੇ ਵਿੱਚ ਉਸ ਵਕਤ ਤੋਂ ਆਇਆ, ਜਦ ਕਲਗੀਧਰ ਮਹਾਰਾਜ ਨੇ ਬਾਣਾ ਪਾਇਆ। ਹੈ ਮੁਸਲਮਾਨਾਂ ਦਾ ਨੀਲਾ ਰੰਗ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਾ ਲਿਆ ਤਾਂ ਨਿਹੰਗ ਸਿੰਘਾਂ ਦਾ ਬਾਣਾ ਬਣਿਆ। ਤੋ ਇੰਝ ਸੰਤਾਂ ਸਾਧੂਆਂ ਦੇ, ਗੁਰੂਆਂ ਦੇ ਕੱਪੜੇ ਚਿੱਟੇ ਹੁੰਦੇ ਨੇ, ਪਰ ਗੁਰੂ ਸਾਹਿਬ ਨੇ ਉਦੋਂ ਲਿਬਾਸ ਪਾਇਆ। ਇਸ ਲਈ ਨੀਲਾ ਬਸਤਰ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਮੰਨਿਆ ਗਿਆ। ਨਿਹੰਗ ਸਿੰਘ ਨਿਸ਼ਾਨ ਸਾਹਿਬ ਨੂੰ ਵੀ ਨੀਲਾ, ਸਰੋਪਾ ਵੀ ਨੀਲਾ, ਪੱਗ ਵੀ ਨੀਲੀ। ਸਾਡੇ ਮਹਾਂਪੁਰਖ ਵੀ ਨੀਲਾ ਦਸਤਾਰਾ ਸਜਾਉਂਦੇ ਰਹੇ। ਤੋ ਰਹੋ ਵਿਚਾਰ ਇਉਂ ਸਾਧ ਸੰਗਤ ਜੀ ਹੋ, ਜਿਹੜਾ ਮਾਛੀਵਾੜੇ ਗਣੀ ਅਤੇ ਨਬੀ ਖਾਂ ਦੀ ਸਮਾਧ ਹੈ, ਇੱਕ ਪਾਸੇ ਗੁਰਦੁਆਰਾ, ਇੱਕ ਪਾਸੇ ਸਮਾਧ ਹੈ। ਸ੍ਰੀ ਅਕਾਲ ਤਖਤ ਸਾਹਿਬ ਦਾ ਬਕਾਇਦਾ ਹੁਕਮ ਹੈ ਵੀ ਜਿੱਥੇ ਕਬਰ ਹੈ ਅਤੇ ਸਮਾਧ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨਾ, ਕੋਈ ਉੱਥੇ ਕਥਾ ਨਹੀਂ ਕਰਨੀ, ਕੋਈ ਬਾਣੀ ਦਾ ਕੀਰਤਨ ਨਹੀਂ ਹੋਣਾ ਚਾਹੀਦਾ। ਪਰ ਹੁਣ ਕੀ ਕਰੀਏ? ਉਹਨਾਂ ਮੁਸਲਮਾਨਾਂ ਨੇ ਸਾਥੋਂ ਵੱਧ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ। ਸਿੰਘ ਦਾ ਭੱਜ ਕੇ ਕਹਿੰਦੇ ਬਦਾਵਾ ਲਿਖ ਕੇ, ਭਾਵੇਂ ਆਪਾਂ ਨਹੀਂ ਮੰਨਦੇ, ਪਰ ਫਿਰ ਵੀ ਸਿੰਘ ਕਿਹੜਾ ਉੱਥੇ ਨਾਲ ਸੀਗਾ ਕੋਈ? ਤੁਸੀਂ ਦੱਸੋ। ਗੁਲਾਬੇ ਪੰਜਾਬੇ ਨੇ ਵੀ ਮਹਾਰਾਜ ਨੂੰ ਆਖਿਆ ਵੀ ਸਤਿ ਸ੍ਰੀ ਅਕਾਲ ਜੀ। ਹੁਣ ਮੁਸਲਮਾਨਾਂ ਅੱਗੇ ਕਿਸੇ ਦਾ ਜ਼ੋਰ ਥੋੜੋ ਆ। ਉਹਨਾਂ ਮੁਸਲਮਾਨਾਂ ਭਰਾਵਾਂ ਨੇ ਗਣੀ ਅਤੇ ਨਬੀ ਖਾਂ ਨੇ ਮਹਾਰਾਜ ਨੂੰ ਮੋਢਿਆਂ 'ਤੇ ਚੁੱਕਿਆ ਭਾਈ, ਅਤੇ ਪਹਿਰੇ ਤੋਂ ਪਾਰ ਕੀਤਾ।
ਸੇਵਾ ਕਰਨ ਕਰਕੇ ਹੁਣ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਸਾਨੂੰ ਜਾਣਾ ਪੈਂਦਾ। ਉੱਥੇ ਕਬਰ ਵੀ ਆ, ਸਮਾਧ ਵੀ ਉਹਨਾਂ ਦੀ। ਹੁਣ ਕੀ ਕਰੀਏ? ਮੱਥਾ ਭਾਵੇਂ ਟੇਕੀਏ ਨਾ ਟੇਕੀਏ, ਪਰਿਕਰਮਾ ਜ਼ਰੂਰ ਕਰੀ ਦੀਆਂ, ਦਰਸ਼ਨ ਜ਼ਰੂਰ ਕਰੀਦੇ। ਅਤੇ ਇਸ ਲਈ ਜਿਨ੍ਹਾਂ ਸਿੰਘਾਂ ਸ਼ਹੀਦਾਂ ਨੇ ਮਹਾਰਾਜ ਤੋਂ ਜਿੰਦੜੀ ਵਾਰੀ, ਉੱਥੇ ਵੀ ਹੁਣ ਮਹਾਰਾਜ ਦਾ ਪ੍ਰਕਾਸ਼ ਹੈ, ਕਿਉਂਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹੇਤ ਆਪਦੀ ਜਾਨ ਦਿੱਤੀ ਹੈ। ਆਪਾਂ ਸਤਿਕਾਰ ਹੀ ਕਰਨਾ ਨਾ ਮਹਾਰਾਜ ਦਾ। ਕਬਰ 'ਤੇ ਸਮਾਧ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਕਰਨਾ? ਵੀ ਗੁਰੂ ਜੀ ਦਾ ਸਤਿਕਾਰ 'ਚ ਫਰਕ ਪੈਂਦਾ। ਪਰ ਜਿਨ੍ਹਾਂ ਲੋਕਾਂ ਨੇ ਆਪਦਾ ਖੂਨ ਡੋਲਤਾ ਮਹਾਰਾਜ ਦੇ ਸਤਿਕਾਰ ਲਈ, ਉਹਨਾਂ ਦਾ ਸਥਾਨ ਤਾਂ ਪਵਿੱਤਰ ਹੀ ਹੈ, ਉਹ ਮਹਾਰਾਜ ਤੋਂ ਵੱਖਰੇ ਥੋੜ੍ਹੋ ਨੇ। ਜਿਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਜਾਨ ਬਚਾਈ, ਵੇਖੋ ਭਾਵੇਂ ਮਹਾਰਾਜ ਰੱਬ ਸੀਗੇ, ਪਰ ਦੁਨਿਆਵੀ ਤਰੀਕੇ ਨਾਲ ਸਾਖੀ ਤਾਂ ਬਣੀ ਹੋਈ ਆ। ਕਹਿੰਦੇ ਵੀ ਇਹ ਸਾਡੇ ਤਾਂ ਪੀਰ ਹਨ, ਉੱਚ ਦੇ ਪੀਰ ਹਨ ਜੀ, ਤੁਸੀਂ ਕੌਣ ਹੁੰਦੇ ਹੋ ਇਹਨਾਂ ਨੂੰ ਬੁਲਾਉਣ ਵਾਲੇ? ਇਹ ਨਹੀਂ ਬੋਲਦੇ। ਅਗੇ ਜੀ ਸਾਡਾ ਛਕੋ, ਕਹਿੰਦੇ ਇਹ ਨਹੀਂ ਖਾਂਦੇ, ਇਹ ਤਾਂ ਇੱਕ ਜੌਂ ਖਾਂਦੇ ਨੇ, ਇਹਨਾਂ ਦਾ ਰੋਜ਼ਾ ਹੈ। ਵੇਖੋ ਕਿੱਡੀ ਵੱਡੀ ਬਹਾਦਰੀ ਦੇ ਨਾਲ ਗੁਰੂ ਸਾਹਿਬ ਨੂੰ ਉੱਥੇ ਰਾਤ ਵੀ ਰੱਖਿਆ। ਉਹਨਾਂ ਪਹਿਚਾਣ ਹੀ ਨਹੀਂ ਪਾਏ ਜਿਨ੍ਹਾਂ ਦਾ ਇਹਨਾਂ ਲਾਭ ਲਕਸ਼ਕਰ ਘਾਣ ਕੀਤਾ। ਅਤੇ ਇਸ ਵਾਸਤੇ ਮੈਂ ਵਿਚਾਰ ਕਰ ਰਿਹਾ ਸੀ ਵੀ ਭਾਗਾਂ ਵਾਲੀਆਂ ਰੂਹਾਂ ਕਿਹੜੀਆਂ ਨੇ। ਇੱਕ ਬਾਬਾ ਬੁੱਢਾ ਸਾਹਿਬ, ਜਿਹਨੇ 6 ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ, ਗੁਰਤਾ ਗੱਦੀ ਦਾ ਤਿਲਕ ਦਿੱਤਾ। ਅਤੇ ਦੂਸਰੇ ਭਾਈ ਬਾਬਾ ਬੁੱਢਣ ਸ਼ਾਹ ਜੀ ਫਕੀਰ, ਜਿਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਕੀਤੇ ਅਤੇ 6ਵੇਂ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਨੇ ਇਹ ਵੀ ਲਿਖਿਆ, ਕਹਿੰਦੇ ਉਹ 10ਵੇਂ ਪਾਤਸ਼ਾਹ ਤੱਕ ਵੀ ਰਹੇ। ਉਹਨਾਂ ਗੁਰੂ ਗੋਬਿੰਦ ਸਿੰਘ ਦੇ ਵੀ ਦਰਸ਼ਨ ਕੀਤੇ ਸਨ। ਅਤੇ ਕਿਉਂਕਿ ਬਹੁਤਾ ਸਮਾਂ ਨਹੀਂ ਜਿਹੜੇ ਇੰਨੇ ਸਮਝਦੇ ਬੈਠੇ ਸਨ, ਅਤੇ ਵੈਸੇ ਆਮ ਕਾਮਨ ਜਿਹਾ ਇਹ ਬਚਨ ਹੈ ਵੀ 6ਵੇਂ ਪਾਤਸ਼ਾਹ ਤੱਕ ਉਹਨਾਂ ਦਾ ਸਰੀਰ ਰਿਹਾ। ਪਰ ਭਾਈ ਵੀਰ ਸਿੰਘ ਦੀ ਖੋਜ 10ਵੇਂ ਪਾਤਸ਼ਾਹ ਤੱਕ ਹੈ। ਇਹ ਸਾਰੇ ਸੰਤਾਂ ਨੇ ਵਿਚਾਰ ਦਿੱਤੇ। ਅਤੇ ਜਿਸ ਵਕਤ ਭਿੰਡਰਾਂ ਵਾਲੇ ਸੰਤਾਂ ਦੀ ਵਾਰੀ ਆਈ, ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਪੁੱਛਦੇ, ਤੁਸੀਂ ਦੱਸੋ ਬਾਬਾ ਜੀ ਤੁਹਾਡੇ ਕੀ ਵਿਚਾਰ ਨੇ? ਕਹਿੰਦੇ ਗੁਰਮੁਖ ਪਿਆਰਿਓ, ਮੇਰੀ ਤਾਂ ਇਹ ਭਾਵਨਾ, ਮੇਰੀ ਇਹ ਸ਼ਰਧਾ ਗੁਰਦੁਆਰੇ 'ਤੇ ਮਹਾਂਪੁਰਖ ਜਦ ਵੀ ਕਥਾ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਰਦੇ। ਕਹਿੰਦੇ ਜਦ ਮੈਂ ਮੰਗਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਉਤਾਰਦਾ ਤਾਂ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ 10 ਪਾਤਸ਼ਾਹੀਆਂ ਦੀ ਝਲਕ ਪੈਂਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਤਲਬ ਇੰਨੀ ਸ਼ਰਧਾ ਸਾਡੀ ਗੁਰੂ ਗ੍ਰੰਥ ਸਾਹਿਬ 'ਤੇ ਹੋਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਨੇ ਅਤੇ 10 ਪਾਤਸ਼ਾਹੀਆਂ ਦਾ ਸਰੂਪ ਨੇ। ਸੰਤ ਜੀ ਮਹਾਰਾਜ ਕਹਿੰਦੇ ਮੈਨੂੰ 10 ਪਾਤਸ਼ਾਹੀਆਂ ਵਿੱਚੋਂ ਦਿਖਦੀਆਂ ਨੇ। ਇੰਨੀ ਭਾਵਨਾ ਗੁਰਸਿੱਖ ਦੀ ਹੋਣੀ ਚਾਹੀਦੀ ਹੈ ਕਿ ਕੋਈ ਪਖੰਡੀ ਸਾਧ ਵੀ ਬੈਠਾ ਹੋਵੇ, ਕੋਈ ਪਖੰਡੀ ਗੁਰੂ ਵੀ ਬੈਠਾ ਹੋਵੇ, ਅਤੇ ਸਾਨੂੰ ਕੁਝ ਵੀ ਨਾ ਦਿਖੇ। ਜਿਵੇਂ ਜਿਹੜੀ ਪਤਵਰਤਾ ਧਰਮ 'ਚ ਪ੍ਰਪੱਕ ਇਸਤਰੀ ਹੁੰਦੀ ਹੈ, ਧਰਮੀ ਇਸਤਰੀ, ਉਹ ਆਪਦੇ ਪਤੀ ਦੇ ਹੀ ਦਰਸ਼ਨ ਕਰਦੀ ਹੈ, ਬਾਕੀ ਸਭ ਉਹਦੇ ਭਾਣੇ ਇਸਤਰੀਆਂ ਹਨ। ਇਉਂ ਸਾਧੂ ਸੰਤ ਦੇ ਵਿੱਚੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ। ਇਉਂ ਜਾਪੇ ਵੀ ਸੰਤ ਨਹੀਂ ਬੈਠਾ ਹੋਇਆ। ਜੇ ਕੋਈ ਮੱਥੇ ਟਿਕਾ ਰਿਹਾ ਅਤੇ ਮੱਥਾ ਕੋਈ ਟੇਕ ਰਿਹਾ ਅਤੇ ਆਪ ਵੀ 50-100 ਰੁਪਏ ਰੱਖ ਕੇ ਮੱਥਾ ਟੇਕੀਏ ਅਤੇ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਵੀ ਸਾਧੂ ਸੰਤ ਉਹਨੇ ਬਾਣੀ ਪੜ੍ਹੀ ਹੈ, ਨਾਮ ਜਪਿਆ, ਵੀ ਆਪਾਂ ਤਾਂ ਮਹਾਰਾਜ ਨੂੰ ਮੱਥਾ ਟੇਕ ਰਹੇ ਹਾਂ, ਜਾਂ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਦਿਖੇ ਨਾ, ਮਹਾਰਾਜ ਹੀ ਵੇਖੇ। ਸੋ ਦਰਸ਼ਨ ਦੇਖ ਜੀ ਮਾਂ ਗੁਰ ਤੇਰਾ, ਸੰਗਤ ਦੇ ਵਿੱਚ ਉਹ ਗੁਰੂ ਸਾਹਿਬ ਜੀ ਲੱਭਣ। ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ। ਜੇ ਇਸ ਤਰ੍ਹਾਂ ਦੀ ਅਵਸਥਾ ਨਾ ਬਣੇ ਤਾਂ ਜਿੰਨਾ ਚਿਰ ਅਵਸਥਾ ਨਾ ਬਣੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਵੇਖੇ ਆ ਗਏ, ਡੇਲੀ ਵੇਖੇ। ਜਿੰਨਾ ਸਮਾਂ ਮਹਾਰਾਜ ਦੇਵੇ ਉਹ ਵੱਧ ਤੋਂ ਵੱਧ ਸਮਾਂ ਲਾਏ ਮਹਾਰਾਜ ਦੀ ਹਜ਼ੂਰੀ 'ਚ। ਅਤੇ ਜਿੱਥੇ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਉਹ ਲਿਖਿਆ, ਜਦੋਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੇ, ਅੱਖਰਾਂ ਦਾ ਧਿਆਨ ਧਾਰੇ, ਅੱਖਰਾਂ 'ਚ ਚਿੱਤ ਬਿਰਤੀ ਟਿਕ ਜਾਏ ਤਾਂ ਅਰਥਾਂ 'ਚ ਜਾਏ। ਜਿੱਧਰ ਵੀ ਵੇਖੇ ਅੱਖਰ ਦੇਖਣ ਜਗਦੇ ਹੋਏ, 4 ਚੁਫੇਰੇ ਜਿਸ ਤਰ੍ਹਾਂ ਰੋਸ਼ਨੀ, ਇਹ ਮਹਾਰਾਜ ਦੀ ਬਾਣੀ ਦੇ ਦਰਸ਼ਨ ਹੋਣ 4 ਚੁਫੇਰੇ। ਅਤੇ ਜੋ ਸੁਣੇ ਜੋ ਬੋਲਤਾ ਹੈ ਮ੍ਰਿਗ ਮੀਨ ਪੰਖੀ ਨੂੰ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ।
ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੁੱਤੇ ਪਿਆ ਵੀ ਬਾਣੀ ਪੜ੍ਹਦੇ ਰਹਿੰਦੇ। ਇੱਕ ਵਾਰ ਉੱਠਦਿਆਂ ਸਾਰ ਕਹਿਣ ਲੱਗੇ, ਕਹਿੰਦੇ ਇੱਧਰ ਆਓ ਓਏ, ਕਹਿੰਦੇ ਦੱਸੋ, ਕਹਿੰਦੇ ਆ ਕੰਧਾਂ 'ਤੇ ਪਾਠ ਕਿਹਨੇ ਲਿਖਿਆ ਹੋਇਆ ਹੈ? ਮੂਰਖ ਨਾ ਹੋਣ। ਕਈ ਵਿਆਹ ਵਾਲਾ ਕਾਰਡਾਂ 'ਤੇ ਓਂਕਾਰ ਸਤਿਗੁਰ ਪ੍ਰਸਾਦ ਲਿਖ ਦਿੰਦੇ। ਹੁਣ ਸਾਨੂੰ ਤਾਂ ਪਤਾ, ਆਪਾਂ ਤਾਂ ਆ ਕੇ ਗੁਰਦੁਆਰੇ ਦੀ ਅਗਨੀ ਭੇਟ ਕਰ ਦਈਦਾ ਕਿਸੇ ਵੀ ਵਿਆਹ ਦੇ ਕਾਰਡ 'ਤੇ, ਪਰ ਆਮ ਲੋਕ ਉਹ ਕਈ ਵਾਰ ਹੇਠਾਂ ਪੁੰਜੇ ਡਿੱਗ ਪੈਂਦਾ ਪੱਖੇ ਦੇ ਨਾਲ, ਜਾਂ ਵੈਸੇ ਵੀ ਬੱਚੇ ਖਿਆਲ ਨਹੀਂ ਰੱਖਦੇ। ਤੋ ਇਸ ਲਈ ਬਾਣੀ ਦੀ ਬੇਅਦਬੀ ਹੁੰਦੀ ਹੈ। ਅਖਬਾਰਾਂ ਦੇ ਵਿੱਚ ਵੀ ਧਰਮ ਸਪਲੀਮੈਂਟ ਆਦਿਕ ਸ਼ਬਦ ਹੈ, ਉਹ 'ਚ ਵੀ ਬਾਣੀ ਦੀ ਪੰਕਤੀ। ਤੋ ਇੰਝ ਅਕਾਲ ਤਖਤ ਦਾ ਹੁਕਮ ਹੋਣਾ ਚਾਹੀਦਾ, ਸ਼ਾਇਦ ਹੁਕਮਨਾਮਾ ਕੱਢਿਆ ਵੀ ਹੈ ਕਈਆਂ ਨੇ ਰੁਮਾਲਿਆਂ ਦੇ, ਉਹ ਰੁਮਾਲਿਆਂ ਦਾ ਤਾਂ ਹੁਕਮਨਾਮਾ ਕੱਢਿਆ, ਹੁਣ ਤਾਂ ਉਹ ਹਟ ਗਏ ਨੇ ਵੀ ਰੁਮਾਲਾ ਤਾਂ ਪਾਈਦਾ ਬਾਣੀ ਦੇ ਉੱਪਰ, ਅਤੇ ਜੇ ਰੁਮਾਲਿਆਂ ਦੇ ਉੱਤੇ ਫਿਰ ਬਾਣੀ ਲਿਖ ਦੇਣੀ, ਫਿਰ ਉਹ ਕਾਹਦਾ ਸਤਿਕਾਰ ਹੋਇਆ? ਮਿੱਟੀ ਘੱਟਾ ਲੱਗਦਾ ਹੈ। ਇਸ ਲਈ ਆਪਦੀਆਂ ਗੱਡੀਆਂ 'ਤੇ ਵੀ ਮੈਂ ਕਈਆਂ ਕਾਰਾਂ 'ਤੇ ਲਿਖਿਆ ਵੇਖਿਆ, ਨਿਰਭਉ ਨਿਰਵੈਰ, ਉਹ ਮਗਰਲੇ ਪਾਸੇ ਲਿਖਿਆ ਹੁੰਦਾ, ਅਤੇ ਅਗਲੇ ਪਾਸੇ ਵੀ ਲਿਖਿਆ ਹੋਵੇ, ਉੱਥੇ ਵੀ ਚਿੱਕੜ ਚੁੱਕੜ ਘੱਟਾ ਮਿੱਟੀ ਪੈਂਦਾ। ਬਾਣੀ ਦੀ ਭਗਤੀ ਨਹੀਂ ਲਿਖਣੀ। ਮੈਂ ਖੰਡਾ, ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਕਹਿੰਦਾ ਵੀ ਖੰਡਾ ਵਗਵਾ ਲਓ, ਉਹ 'ਚ ਕਿਰਪਾਨਾ ਖੰਡੇ, ਮਹਾਰਾਜ ਦਾ ਨਾਂ ਹੀ ਲੈਣਾ, ਜਾਂ ਦੇਖ ਦੇਖ ਫਤਿਹ ਲਿਖ ਦਿਓ। ਪਰ ਬਾਣੀ ਦੀ ਪੰਕਤੀ ਦਾ ਸਤਿਕਾਰ ਹੋਣਾ ਚਾਹੀਦਾ। ਮਹਾਂਪੁਰਖ ਕਹਿਣ ਲੱਗੇ ਵੀ ਕੰਧਾਂ 'ਤੇ ਬਾਣੀ ਕਿਹਨੇ ਲਿਖੀ ਹੋਈ ਹੈ? ਤੁਹਾਨੂੰ ਪਤਾ ਨਹੀਂ ਵੀ ਬਾਣੀ ਦਾ ਸਤਿਕਾਰ ਕਿਵੇਂ? ਸਿੰਘ ਵਿਚਾਰੇ ਹੈਰਾਨ, ਅਤੇ ਕਹਿੰਦੇ ਜੀ ਕਿੱਥੇ? ਕਹਿੰਦੇ ਆਓ ਵੇਖੋ ਜਪਜੀ ਸਾਹਿਬ ਦਾ ਪਾਠ ਲਿਖਿਆ ਹੋਇਆ। 4 ਚੁਫੇਰੇ ਉਹਨਾਂ ਦਿਖਾਇਆ, ਕਹਿੰਦੇ ਸਾਨੂੰ ਤਾਂ ਦਿਖਦਾ ਨਹੀਂ ਜੀ। 5-10 ਮਿੰਟ ਝਿੜਕਾਂ ਦੇ ਕੇ ਗੁੱਸੇ 'ਚ ਆ ਕੇ ਜਦ ਸਿੰਘ ਕਹਿਣ ਲੱਗੇ ਵੀ ਬਾਬਾ ਜੀ ਵੀ ਮਾਫ਼ ਕਰੋ, ਵੀ ਬਾਣੀ ਦੀ ਪੰਕਤੀ ਤਾਂ ਕਿਤੇ ਲੱਭਦੀ ਨਹੀਂ ਹੈ ਜੀ। ਉਹਨਾਂ ਨੂੰ ਫਿਰ ਮਹਿਸੂਸ ਹੋਇਆ, ਕਹਿੰਦੇ ਉਹ ਮੈਨੂੰ ਭੁਲੇਖਾ ਲੱਗ ਗਿਆ। ਮਤਲਬ ਉਹਨਾਂ ਨੂੰ ਬਾਣੀ ਦੇ ਹੀ ਦਰਸ਼ਨ ਹੁੰਦੇ ਸਨ। ਇਸ ਵਾਸਤੇ ਜਿਹਦੇ ਵਿੱਚ ਧਿਆਨ ਜੁੜਿਆ ਹੋਵੇ ਉਹਦੇ ਹੀ ਦਰਸ਼ਨ ਹੁੰਦੇ ਨੇ। ਜੇ ਰੱਬ ਦਾ ਨਾਮ ਜਪੋਗੇ ਤਾਂ ਰੱਬ ਦੇ ਹੀ ਦਰਸ਼ਨ ਹੋਣਗੇ। ਜੇ ਆਪਾਂ ਨਿੰਦਿਆ ਕਰਨੀ, ਚੁਗਲੀ ਕਰਨੀ, ਅਗਲੇ ਦੇ ਔਗਣੇ ਵਿਕਾਰ ਹੀ ਵੇਖਣੇ ਨੇ, ਫਿਰ ਉਹੋ ਜਿਹੇ ਬੰਦੇ ਸਾਨੂੰ ਮਿਲਦੇ ਨੇ। ਜਿਸ ਤਰ੍ਹਾਂ ਦਾ ਆਪ ਦਾ ਮਨ ਹੋਵੇ ਉਸੇ ਤਰ੍ਹਾਂ ਦਾ ਹੀ ਜਗਤ ਦਿਖਦਾ ਹੈ। ਕਹਿੰਦੇ ਨੇ ਕਿ ਸੁਖੀਏ ਕੋ ਪੇਖਿਆ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜੇ ਮੈਂ ਆਪ ਰੋਗੀ ਤੁਸੀਂ ਵੀ ਰੋਗੀ ਜਾਪੋਗੇ, ਜੇ ਮੈਂ ਆਪ ਸੁਖੀ ਹਾਂ ਮੈਂ ਵੀ ਮਹਿਸੂਸ ਕਰੂੰਗਾ ਵੀ ਤੁਸੀਂ ਵੀ ਸੁਖੀ ਹੋ। ਤੋ ਜਿਹੜਾ ਰੱਬ ਦਾ ਨਾਮ ਜਪਦਾ ਹਮੇਸ਼ਾ ਰੱਬ ਨੂੰ ਵੇਖਦਾ, ਉਹਦੇ ਭਾਣੇ ਸਭ ਰੱਬ ਹੀ ਰੱਬ। ਭਾਈ ਕਨ੍ਹਈਏ ਜੀ ਦੀ ਨਿਗਾਹ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਬਗੈਰ ਕੋਈ ਹੈ ਹੀ ਨਹੀਂ। ਭਾਈ ਨੰਦ ਲਾਲ ਨੇ ਲਿਖ ਕੇ ਦੇ ਦਿੱਤਾ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਮੈਂ ਮਹਾਂਪੁਰਖਾਂ ਦੀ ਸਾਖੀ ਸੁਣਾਉਣ ਲੱਗਾ ਸੀਗਾ। ਸੰਤ ਭਿੰਡਰਾਂ ਵਾਲੇ ਬਾਬਾ ਸੁੰਦਰ ਸਿੰਘ ਜੀ ਵਾਜਾ ਫੜ ਕੇ ਖੜੇ ਹੋ ਕੇ ਇਸੇ ਹੀ ਸ਼ਬਦ ਦਾ ਕੀਰਤਨ ਕਰ ਰਹੇ ਸਨ। ਸਾਜਨੜਾ ਮੇਰਾ ਸਾਜਨੜਾ, ਇਹ ਪੰਕਤੀ ਮੇਰੀ ਵਿਚਾਰ ਅਧੀਨ ਹੈ। ਅੰਮ੍ਰਿਤ ਵੇਲੇ ਤੋਂ ਇਹਦੀ ਕਥਾ ਹੀ ਆਰੰਭ ਹੋਈ ਅਤੇ ਮੈਂ ਅੱਗੇ ਨਹੀਂ ਚੱਲ ਸਕਿਆ, ਕਿਉਂਕਿ ਮੇਰਾ ਧਿਆਨ ਖਾਲਸਾ ਜੀਵਨ ਪੋਥੀ ਸਭ ਤੋਂ ਪਹਿਲਾਂ ਮੇਰੀ ਲਾਈਫ 'ਚ ਚੇਂਜਿੰਗ ਆਈ। ਪੜ੍ਹਦਿਆਂ ਹੋਇਆਂ ਕਾਲਜ ਦੀ ਲਾਈਫ ਸੀਗੀ, ਸਾਨੂੰ ਤਾਂ ਪਤਾ ਨਹੀਂ ਸੀ ਵੀ ਕਥਾ ਹੁੰਦੀ ਕੀ ਆ। ਉਹ ਸੰਤਾਂ ਦੇ ਦੂਰੋਂ ਦਰਸ਼ਨ ਕਰੀਦੇ, ਤੁਹਾਡੇ ਵਾਂਗ 2-4 ਮਿੰਟ ਬਹਿਣਾ ਮਿਲਣਾ, ਸਾਖੀ ਸੁਣ ਲੈਣੀ। ਅਤੇ ਪਰ ਉਹ ਖਾਲਸਾ ਜੀਵਨ ਪੜ੍ਹ ਕੇ ਮਹਾਂਪੁਰਖਾਂ ਦਾ ਜੀਵਨ, ਖਾਸ ਕਰਕੇ ਵਿਸ਼ੇਸ਼ ਸਾਖੀ। ਬਾਬਾ ਜੀ ਕਹਿੰਦੇ ਕੀਰਤਨ ਕਰ ਰਹੇ ਸੀ ਇਸ ਪੰਕਤੀ ਦਾ, ਇਸ ਸ਼ਬਦ ਦਾ। ਇੱਕ ਸਿੰਘ ਉੱਠ ਕੇ ਖੜਾ ਹੋ ਗਿਆ ਅਤੇ ਉੱਚੀ ਉੱਚੀ ਬੋਲਣ ਲੱਗ ਪਿਆ ਕਿ ਸੰਗਤ ਜੀ ਉਹ ਵੇਖੋ, ਮਹਾਂਪੁਰਖਾਂ ਦੇ ਸੱਜੇ ਹੱਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੋਢੇ 'ਤੇ ਹੱਥ ਰੱਖ ਕੇ ਖੜ੍ਹ ਕੇ ਕੀਰਤਨ ਸੁਣ ਰਹੇ ਨੇ। ਅਤੇ ਫਿਰ ਕਹਿਣ ਲੱਗਾ ਵੀ ਹੁਣ ਪਰਿਕਰਮਾ ਕਰ ਰਹੇ ਨੇ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਮੱਥਾ ਟੇਕ ਰਹੇ ਨੇ। ਉਹ ਕਲਗੀਧਰ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਰ ਰਹੇ ਨੇ। ਅਤੇ ਵੇਖੋ ਹੁਣ ਮਹਾਰਾਜ ਦੇ ਵਿੱਚੋਂ ਹੀ ਨਿਕਲੇ ਸੀਗੇ ਜੋਤ, ਇੱਕ ਪ੍ਰਕਾਸ਼ ਨਿਕਲਿਆ ਸੀਗਾ, ਉਹੀ ਲਾਈਟ ਬਾਬਾ ਜੀ ਕੋਲ ਆਈ ਅਤੇ ਉਹਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਾ ਲਿਆ। ਹੁਣ ਉਹੀ ਲਾਈਟ ਬਣ ਕੇ ਵਿੱਚ ਹੀ ਵੜ ਗਈ। ਜੇ ਕੋਈ ਕਹੇ ਵੀ ਗੱਲ ਝੂਠ ਹੈ, ਅਤੇ ਇੱਕ ਨਾਸਾ ਦਾ ਵਿਗਿਆਨੀ ਜਿਹੜਾ ਹੱਡੀਆਂ ਦੇ ਰੋਗ ਦਾ ਰੋਗੀ ਸੀਗਾ, ਹੱਡੀਆਂ ਦਾ ਕੈਂਸਰ, ਉਹ ਅਕਾਲ ਤਖਤ ਸਾਹਿਬ 'ਤੇ ਆਇਆ। ਉਹਨੇ ਬੇਨਤੀ ਕੀਤੀ ਮੇਰੀ ਅਰਦਾਸ ਕਰੋ ਅਤੇ ਅਖੰਡ ਪਾਠ ਰੱਖੋ। ਜਿਸ ਵਕਤ ਅਖੰਡ ਪਾਠ ਸਾਹਿਬ ਚੌਂਕੜਾ ਮਾਰ ਕੇ ਸੁਣ ਰਿਹਾ ਸੀਗਾ, ਅਤੇ ਉਸ ਵਕਤ
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਇਹ ਪੰਕਤੀ ਜਦ ਪਾਠੀ ਸਿੰਘ ਦੇ ਮੁੱਖ ਵਿੱਚ ਸੀ ਤੇ ਮਹਾਰਾਜ ਦੇ ਵਿੱਚੋਂ ਪ੍ਰਕਾਸ਼ ਨਿਕਲ ਕੇ ਉਹਦੇ ਮਸਤਕ ਨੂੰ ਟੱਚ ਕੀਤਾ ਤੇ ਸਾਰੇ ਸਰੀਰ 'ਚ ਕਹਿੰਦਾ ਝੁਣ ਝੁਣੀ ਛਿੜੀ ਤੇ ਸਰੀਰ ਜਿਸ ਤਰ੍ਹਾਂ ਕਿਸੇ ਕਮਲੇ ਨੂੰ ਕਰੰਟ ਲਾ ਦਿਓ ਤੇ ਉਹਦਾ ਦਿਮਾਗ ਟਿਕਾਣੇ ਆ ਜਾਂਦਾ, ਸਹੀ ਹੋ ਜਾਂਦਾ, ਸਰੀਰ ਹਲਕਾ ਹੋ ਜਾਂਦਾ। ਇੰਝ ਕਹਿੰਦਾ ਮੈਨੂੰ ਸਰੀਰ ਜਿਹੜਾ ਗੱਡੇ ਦੀ ਤਰ੍ਹਾਂ ਭਾਰੀ ਸੀਗਾ ਹਲਕਾ ਮਹਿਸੂਸ ਹੋਇਆ। ਉਹ ਸਾਰਾ ਹੀ ਰੋਗ ਮਹਾਰਾਜ ਨੇ ਚੁੱਕ ਦਿੱਤਾ। ਇਉਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਜਿਸ ਭਾਵਨਾ ਨੂੰ ਲੈ ਕੇ ਕੋਈ ਅਰਦਾਸ ਕਰੂਗਾ ਉਸੇ ਮੁਤਾਬਕ ਹੀ ਮਹਾਰਾਜ ਰੂਪ ਧਾਰ ਕੇ ਦੇਣੇ। ਗੁਰੂ ਗ੍ਰੰਥ ਸਾਹਿਬ ਨੇ ਦਰਸ਼ਨ ਨੇ, ਜਿਹੜਾ ਵੀ ਰੂਪ ਚਾਹੋਗੇ ਉਹੀ ਰੂਪ ਬਣ ਜਾਊਗਾ। ਹੈ ਮਹਾਰਾਜ ਪ੍ਰਕਾਸ਼ ਰੂਪ, ਕੋਈ ਇਹਨਾਂ ਦਾ ਰੂਪ ਰੰਗ ਨਹੀਂ ਹੈ। ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇ। ਇਸ ਲਈ ਜਦ ਵੀ ਦਰਸ਼ਨਾਂ ਦੀ ਤਾਂਘ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਤੋ ਜਿਸ ਵਕਤ ਸਿੰਘ ਉੱਚੀ ਉੱਚੀ ਬੋਲਣ ਲੱਗ ਪਿਆ, ਮਹਾਂਪੁਰਖਾ ਕੀਰਤਨ ਰੋਕ ਦਿੱਤਾ। ਆਖਿਆ ਸਿੰਘ ਦੇ ਦਿਮਾਗ 'ਚ ਕੋਈ ਫਰਕ ਪੈ ਗਿਆ ਜਾਪਦਾ। ਜਿਹੜਾ ਬੰਦਾ ਬਹੁਤਾ ਬੋਲਦਾ ਉਹਨੂੰ ਲੋਕ ਕਮਲਾ ਕਹਿੰਦੇ ਨੇ, ਕਹਿੰਦੇ ਨੂੰ ਫੜ ਕੇ ਬਾਹਰ ਲੈ ਜਾਓ, ਇਹ ਰੌਲਾ ਪਾ ਰਿਹਾ, ਇਹਦੀ ਮਾਲਸ਼ ਮੂਲਸ਼ ਕਰੋ। ਉਹਨੂੰ 40 ਦਿਨ ਕਮਰੇ 'ਚੋਂ ਨਿਕਲ ਦਿੱਤਾ। ਉਹਦੇ ਸਿਰ ਨੂੰ ਚੱਸੀ ਗਏ, ਪੈਰਾਂ ਦੀਆਂ ਤਲੀਆਂ। ਉਹ ਮਸਾਂ ਵਿਚਾਰਾ ਛੁੱਟ ਛੱਡ ਕੇ ਬਾਹਰ ਆਇਆ। ਕਹਿੰਦੇ ਬਾਬਾ ਜੀ ਚੰਗਾ ਤੁਸੀਂ ਮੇਰੇ ਨਾਲ ਕੀਤਾ, ਦੱਸੋ ਮੈਂ ਕਮਲਾ ਸੀਗਾ ਅਤੇ ਤੁਸੀਂ ਮੈਨੂੰ ਅੰਦਰੋਂ ਬਾਹਰ ਹੀ ਨਹੀਂ ਹੋਣ ਦਿੱਤਾ। ਫਜ਼ੂਲ ਹੀ ਮੈਨੂੰ ਖੁਰਾਕ ਖਵਾਈ ਗਏ ਅਤੇ ਮਾਲਸ਼ਾਂ ਕਰਾਈ ਗਏ। ਮੈਂ ਝੂਠ ਬੋਲਿਆ ਜੀ? ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਤੁਹਾਡੇ ਸੱਜੇ ਮੋਢੇ 'ਤੇ ਹੱਥ ਨਹੀਂ ਸੀ ਰੱਖ ਕੇ ਖੜ੍ਹੇ? ਮਹਾਰਾਜ ਦੱਸੋ। ਕਹਿੰਦੇ ਬੰਦਾ ਜਿਹੜਾ ਬੋਲਦਾ, ਕਹਿੰਦੇ ਬੋਲਤ ਬੜੇ ਬੇਕਾਰ ਆ, ਜਿਨ੍ਹਾਂ ਹਰ ਪਾਇਆ ਤੈਨੇ ਛਪਾਇਆ। ਬੋਲਣ ਵਾਲੇ ਨੂੰ ਦੁਨੀਆ ਕਮਲਾ ਗਿਣਦੀ ਆ। ਮੈਂ ਕਮਲਾ ਤੈਨੂੰ ਤਾਂ ਆਖਿਆ ਵੀ ਤੂੰ ਬੋਲਿਆ ਕਿਉਂ ਕਮਲਿਆ? ਜਿਹਦੇ ਮੋਢੇ 'ਤੇ ਹੱਥ ਸੀਗਾ ਉਹਨੂੰ ਨਹੀਂ ਪਤਾ, ਤੇਰੇ ਬੋਲਣ ਨਾਲ ਬਹੁਤਾ ਪਤਾ ਲੱਗਣਾ, ਦਸੀਦਾ ਥੋੜ੍ਹਾ। ਇਸ ਵਾਸਤੇ ਕਹੋ ਨਾਨਕ ਅਜਰਜਨ ਜਰਿਆ ਤਿਸ ਹੀ ਕੋ ਬਨ ਆਵਤ। ਇਸ ਲਈ ਬਾਣੀ ਜੋ ਬੋਲ ਰਹੀ ਹੈ ਬਿਲਕੁਲ ਸੱਚ ਬੋਲ ਰਹੀ ਹੈ। ਸਾਨੂੰ ਨਹੀਂ ਦਿਖਦਾ ਤਾਂ ਜ਼ਰੂਰੀ ਨਹੀਂ ਵੀ ਰੱਬ ਹੈ ਹੀ ਨਹੀਂ। ਪਾਤਸ਼ਾਹ ਜੀ ਦਾ ਬਚਨ ਸੁਣੋ। ਸਾਜਨੜਾ ਮੇਰਾ ਸਾਜਨੜਾ, ਜੋ ਮੇਰਾ ਸੱਜਣ ਹੈ ਉਹ ਮਨ ਦਾ ਬਾਣੀ ਦਾ ਸੱਜਣ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ, ਮੇਰਾ ਸੱਜਣ ਹੈ, ਬਿਲਕੁਲ ਮੇਰੇ ਨੇੜੇ ਖੜਾ ਹੈ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਭਗਤ ਨਾਮਦੇਵ ਦੇ ਦੇਹੁਰੇ ਦੇ ਦਰਸ਼ਨ ਕਰਨ ਮੈਂ ਗਿਆ। ਉੱਥੋਂ ਦੇ ਛੋਟੇ ਛੋਟੇ ਬੱਚੇ ਪੰਡਤ ਦੱਸਦੇ ਨੇ ਵੀ ਨਾਮਦੇਵ ਵਾਸਤੇ ਵਾਹਿਗੁਰੂ ਜੀ ਨੇ ਦੇਹੁਰਾ ਫੇਰਿਆ ਸੀਗਾ, ਇੱਥੇ ਨਾਮਦੇਵ ਬੈਠਾ ਸੀਗਾ। ਉਹ ਮੰਦਰ ਸ਼ਿਵ ਜੀ ਦਾ ਹੈ ਅਤੇ ਬਾਬੇ ਨਾਮਦੇਵ ਦੀ ਜਗ੍ਹਾ ਬਾਹਰਲੇ ਪਾਸੇ ਬਣੀ ਹੋਈ ਹੈ। ਫੇਰ ਦਿਆ ਦੇਹੁਰਾ ਨਾਮੇ ਕੋ, ਪੰਡੀਅਨ ਕੋ ਪਿਸ਼ਕਵਾਰ ਲਾ। ਮੋਢਾ ਲਾ ਕੇ ਮਹਾਰਾਜ ਨੇ ਪ੍ਰਤੱਖ ਦੇਹੁਰਾ ਫੇਰਿਆ ਅਤੇ ਆਪਦੇ ਛਾਤੀ ਨਾਲ ਲਾਇਆ। ਆਖਿਆ ਪੰਡਤਾਂ ਨੇ ਮਾਰਿਆ, ਰੋਂਦਾ ਕਾਹਤੋਂ ਆ ਕਮਲਿਆ? ਰੋਈਦਾ ਥੋੜ੍ਹਾ ਆ। ਚੱਲ ਮੈਂ ਤੈਨੂੰ ਮੰਦਰ 'ਚ ਮੱਥਾ ਟਿਕਾਵਾਂ, ਚੱਲ। ਕੌਣ ਨਹੀਂ ਜਾਣ ਦਿੰਦਾ? ਮਹਾਰਾਜ ਮਿਲਿਆ, ਰੋਂਦੇ ਨੂੰ ਚੁੱਪ ਕਰਾਇਆ। ਦੱਸੋ ਕੌਣ ਕਹਿੰਦਾ ਰੱਬ ਨਹੀਂ ਹੈ? ਭਗਤ ਧੰਨੇ ਦੀਆਂ ਗਾਵਾਂ ਚਾਰੀਆਂ, ਖੂਹ ਗੇੜਿਆ। ਨਾਮਦੇਵ ਜੀ ਨੂੰ ਤੋਂ ਵੇਖੋ ਉਹਦਾ ਦੁੱਧ ਛਕਿਆ ਸੀਗਾ ਸਭ ਤੋਂ ਪਹਿਲੀ ਦਫਾ। ਅਤੇ ਭਗਤ ਪ੍ਰਹਿਲਾਦ ਨੂੰ ਥੰਮ ਪਾੜ ਕੇ ਥੰਮ ਰੂਪ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜੁਗਾਰ। ਕਬੀਰ ਜੀ ਨੂੰ ਗੰਗਾ ਦੀਆਂ ਡੂੰਘੀਆਂ ਲਹਿਰਾਂ 'ਚੋਂ ਆਪ ਕਿਰਪਾ ਕਰਕੇ ਬੋਝ ਕੇ ਬਚਾਇਆ ਅਤੇ ਉਹਨੂੰ ਘਾਟ 'ਤੇ ਲਾਇਆ। ਕਿਹੜਾ ਕਹਿੰਦਾ ਵੀ ਵਾਹਿਗੁਰੂ ਨਹੀਂ ਹੈ, ਦਰਸ਼ਨ ਨਹੀਂ ਦਿੰਦਾ? ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਹਨ। ਇਸ ਲਈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਖ ਸਮਾਰ ਪਚਾਇਆ। ਕੱਲ੍ਹ ਸ਼ਾਮ ਦੀ ਕਥਾ 'ਚ ਬਾਲਾ ਰਾਓ ਅਤੇ ਰੁਸਤਮ ਰਾਓ ਦੀ ਸਾਖੀ ਆਪਣੇ ਸੁਣੀ ਹੋਵੇਗੀ। ਪੂਨੇ ਸਤਾਰੇ ਦੇ ਕਿਲ੍ਹੇ ਵਿੱਚੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਪ੍ਰਤੱਖ ਘੋੜੇ ਦੀਆਂ ਰਕਾਬਾਂ ਫੜਾ ਕੇ ਉਹਨਾਂ ਨੂੰ ਬਾਹਰ ਕੱਢਿਆ ਸੀਗਾ ਅਤੇ ਮਨਮਾੜ ਸਟੇਸ਼ਨ 'ਤੇ ਉਤਾਰਿਆ। ਗੁਰਦੁਆਰਾ ਐਵੇਂ ਥੋੜ੍ਹਾ ਬਣਦਾ। ਜੇ ਕੋਈ ਕਹੇ ਵੀ ਸਾਖੀ ਝੂਠੀ ਹੈ, ਉੱਥੇ ਮਨਮਾੜ ਜਿੱਥੇ ਗੱਡੀ ਰੁਕਦੀ ਹੈ ਉੱਥੇ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ।
ਇਤਿਹਾਸ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪਦੇ ਸੱਚਖੰਡ ਜਾਣ ਤੋਂ 40 ਸਾਲ ਬਾਅਦ 7 ਬਗਾਨੇ ਸੀ, ਉਹ ਸਿੱਖ ਨਹੀਂ ਸੀਗੇ, ਹਿੰਦੂ ਰਾਜਪੂਤ ਸੀਗੇ, ਅਤੇ ਉਹਨਾਂ ਨੂੰ ਦਰਸ਼ਨ ਦਿੱਤੇ ਬਕਾਇਦਾ ਘੋੜੇ ਸਮੇਤ। ਉਹਨਾਂ ਨੂੰ ਆਕਾਸ਼ ਦੇ ਵਿੱਚ ਹੈਲੀਕਾਪਟਰ ਦੀ ਤਰ੍ਹਾਂ ਉਡਾ ਕੇ, ਅਤੇ ਵੇਖੋ ਕਿੰਨੇ ਮੀਲਾਂ ਦੂਰ ਉਹਨਾਂ ਨੂੰ ਪਹਾੜੀ ਦੇ ਉੱਪਰ ਉਤਾਰ ਕੇ ਉਹਨਾਂ ਦੀ ਜਾਨ ਬਚਾਈ। ਮਹਾਰਾਜ ਹੈ ਅਤੇ ਤਾਂ ਹੀ ਉਹ ਭਗਤਾਂ ਨੂੰ ਦਰਸ਼ਨ ਦਿੰਦਾ ਹੈ। ਜਾਨੀੜਾ ਹਰ ਜਾਨੀੜਾ, ਉਹ ਪਰਮੇਸ਼ਰ ਸਾਡਾ ਜਾਨੀ ਪਿਆਰਾ ਹੈ, ਉਹ ਸਾਡਾ ਪਿਆਰਾ ਹੈ ਜੀ। ਨੈਣ ਲੋਇੜਾ ਹਰ ਜਾਨੀੜਾ, ਉਸ ਪਿਆਰੇ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਦਰਸ਼ਨਾਂ ਨੂੰ ਪ੍ਰਤੱਖ ਸੱਜੇ ਖੱਬੇ ਜਾਂ ਮਨਬੁੱਧ ਰੂਪ ਵੈਰਾਗ ਵਿਵੇਕ ਰੂਪ ਨੇਤਰਾਂ ਦੇ ਨਾਲ ਵੇਖਣਾ ਕੀਤਾ ਹੈ। ਇਹ ਜਿਹੜੀਆਂ ਅੱਖਾਂ ਨੇ, ਇਹਨਾਂ ਤੋਂ ਇਲਾਵਾ ਹੋਰ ਅੱਖਾਂ ਨੇ ਜਿਹਦੇ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਰੂਹ ਦਰ ਹਰ ਜਿਸਮ, ਗੁਰ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ। ਗੁਰ ਗੋਬਿੰਦ ਸਿੰਘ ਜਿਹੜੀਆਂ ਅੱਖਾਂ ਭਾਈ ਨੰਦ ਲਾਲ ਨੂੰ ਦਿੱਤੀਆਂ। ਜਾਨੀੜਾ ਹਰ ਜਾਨੀੜਾ, ਉਹ ਹਰੀ ਪਰਮੇਸ਼ਰ ਸਾਡਾ ਮਨ ਕਰਕੇ ਬਾਣੀ ਕਰਕੇ ਸਰੀਰ ਦਾ ਪਿਆਰਾ ਹੈ, ਜਿਹਨੂੰ ਗੁਰਾਂ ਦੁਆਰਾ ਜਾਣਨਾ ਕੀਤਾ ਹੈ, ਜਾਂ ਸਾਰਿਆਂ ਦੇ ਹਿਰਦੇ ਦੀ ਜੋ ਪਰਮੇਸ਼ਰ ਜਾਣਨ ਵਾਲਾ ਹੈ। ਨੈਣ ਲੋਇੜਾ ਹਰ ਜਾਨੀੜਾ, ਉਹ ਜਾਣੀ ਜਾਣ ਹਰੀ ਅਸੀਂ ਅੱਖਾਂ ਦੇ ਨਾਲ ਵੇਖਿਆ। ਸਾਧ ਸੰਗਤ ਜੀਓ, ਮਹਾਰਾਜ ਨੂੰ ਅੱਖਾਂ ਦੇ ਨਾਲ ਵੇਖਿਆ। ਇਹ ਜ਼ਰੂਰੀ ਨਹੀਂ ਵੀ ਅਸਲੀ ਰੂਪ ਦੇ, ਉਹ ਕੀ ਪਤਾ ਕਿਹੜੇ ਰੂਪ 'ਚ ਆ ਸਕਦਾ ਹੈ। ਭਿੰਡਰਾਂ ਵਾਲੇ ਜਿਹੜੇ 5 ਪਿਆਰੇ ਨੇ, ਆਪਾਂ ਤਾਂ ਸੰਗਤ ਦੇ ਹੱਥਾਂ ਦਾ ਛਕ ਲਈਦਾ। ਜਿਹੜੇ ਸਿੰਘ ਇੱਥੇ ਅੰਮ੍ਰਿਤ ਸੰਚਾਰ ਕਰਾਉਣ ਆਉਂਦੇ ਨੇ, ਭਿੰਡਰਾਂ ਮਹਾਂਪੁਰਖ ਬਾਬੇ ਮੂਹਣ ਸਿੰਘ ਨਾਲ ਜੁੜੇ ਹੋਏ ਨੇ, ਉਹ ਕਿਸੇ ਦੇ ਹੱਥ ਦਾ ਨਹੀਂ ਖਾਂਦੇ। ਮੈਂ ਖੁਦ ਆਪਦੇ ਘਰ ਪ੍ਰਸ਼ਾਦਾ ਬਣਾਇਆ ਅਤੇ ਫਲ ਫਰੂਟ ਖਾ ਕੇ ਆ ਗਏ, ਰੋਟੀ ਨਹੀਂ ਖਾਧੀ, ਅਤੇ ਬਥੇਰਾ ਤਰਲੇ ਮਾਰੇ ਪਰ ਨਹੀਂ ਛਕਿਆ। ਉੱਥੋਂ 5 ਪਿਆਰੇ ਹੇਮਕੁੰਟ ਸਾਹਿਬ ਗਏ, ਉਹਨਾਂ ਅਰਦਾਸ ਕੀਤੀ ਵੀ ਮਹਾਰਾਜ ਤੇਰੇ ਦਰਸ਼ਨ ਹੋਣ, ਅਤੇ ਕੈਮਰਾ ਇੱਕ ਲੈ ਲਿਆ ਅਤੇ ਹੇਮਕੁੰਟ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਗਏ। ਸੋਚਿਆ ਬਣਾ ਦਰਸ਼ਨ ਤਾਂ ਹੋਏ ਨਹੀਂ, ਅਰਦਾਸ ਕੀਤੀ ਸੀਗੀ, ਅਤੇ ਆਪਾਂ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਆਏ, ਦਰਸ਼ਨ ਹੋਇਆ ਹੀ ਨਹੀਂ। ਫਿਰ ਜਦ ਰੀਲ ਧਵਾਈ ਕੈਮਰੇ ਦੀ ਅਤੇ ਬਾਅਦ 'ਚ ਫੋਟੋਆਂ ਵੇਖੀਆਂ, ਉੱਥੋਂ ਪਤਾ ਲੱਗਾ